वाहिगुरू जी की फतेह। शब्दाय अवतार नाम दे सोमे प्रेम दी मूरत धन धन श्री गुरु ग्रंथ साहिब जियां दी निੱਘੀ गोद विच जुड़ बैठ करके आप जी दिन दे पिछले पहर दे सोहने दीवाना दा आनंद मान रहे हो। बड़भाग समा सतगुर जियां ने बख्शिश कीता है। आओ इनू सफलियां बनाइए। सतगुरां दी किरपा सदका कल शाम दे दीवाना विच चल रही लड़ीवार कथा दे विचों आप जियां ने वो समय दे वरताए सतगुरां दे चोज सरवण कीते जिस वेले हिंद दा राखा कोई नहीं सी। दीन दयाल सतगुरां नूं दिल्ली दी हवेली विच जिस वेले कैद कीता चारे तरफ तो पुलिस दे पहरे लगे हुए। तुर्कां दे मन दे विच ख्याल है गुरु तेग बहादुर पातशाह जाते सवेर हुंदियां धर्म तब्दील डरदे कर लैणगे जां फिर मौत दे घाट उतर जाणगे। पर उस हवेली विच होया कि जदों अग दी रात होई एक प्रेत आत्मा सतगुरां दे सन्मुख प्रगट हो गई। वो प्रेत कहंदा पातशाह जी ਵੱਡਿਆਂ ਕਰਮਾਂ ਦੀ ਨਿਸ਼ਾਨੀ ਅੱਜ ਤੁਹਾਡੇ ਦੀਦਾਰ ਹੋ ਗਏ। ਜੇ ਤੁਸੀਂ ਹੁਕਮ ਕਰਦੇ ਹੋ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਔਰੰਗਜ਼ੇਬ ਦੀ ਵੰਸ਼ ਨਾਸ਼ ਕਰਦੇ ਆ। ਸਤਿਗੁਰ ਕਹਿੰਦੇ ਨਹੀਂ ਭਾਈ ਜੋ ਦੁਨੀਆ ਤੇ ਆਇਆ ਉਹਦੇ ਆਪਣੇ ਹੀ ਚੰਗੇ ਤੇ ਮਾੜੇ ਕਰਮ ਉਹਦੇ ਲਈ ਕਾਫੀ ਹੁੰਦੇ ਨੇ। ਤੇ ਫਿਰ ਕਹਿੰਦਾ ਮਹਾਰਾਜ मेहमान हो तुसी मेरी हवेली विच की छकोगे। पानी नूं मैं हाथ नहीं ला सकदा होर पदार्थ सुके मेवे जो मैनू बाजार विचों मिलिया कृपा करके प्रवान कर लियो। मर्द कहते जाया फिर आलोक होया चल के रात वेले दिल्ली दे बाजारां विच आया सुके मेवे इकट्ठे कर लए। मठियाई इस करके इकट्ठियां नहीं कीती जे उस मठियाई नूं हथ लाया ते पानी नहीं मिलेगा। हवेली विच पानी नहीं। उधर गुरु तेग बहादुर पातशाह सारी रात सुते नहीं। 1-1:30 बजे का समय हुण ये मठियाइयां वस्तुआं पदार्थ लैके सतगुरां कोल पुजण लगे है। इत्थों तक आप जियां ने कथा का आनंद माणिया सी। आओ सुरत बिरत लैके चलीए दिल्ली की उस हवेली विच जिथे दे खौफनाक वातावरण विच शांति दे पुंज वैराग दी मूरत हिंद दी चादर गुरु तेग बहादुर पातशाह बैठे ने। गज बज के प्यार सहित लवाओ हाजरी जपो जी सतनाम सिरे वाहिगुरू साहिब जी सतनाम सिरे वाहिगुरू साहिब जी। मेवा हुतो वलायत केरा भांत भांत माधुर फल हेरा। इस प्रेत आत्मा ने बाजार दे विच एक दुकान वेखी है जिस दुकान उत्ते सुके मेवे पए वलायत दे देशां विदेशां के जिन्हां विच काजू बादाम पिस्ता सब कुछ इकट्ठियां कीता एक झोले विच पा लिया। फिर अगे वधे दूजी दुकान ते जाके जिन्ने फ्रूट सी ये सब विदेशी फल सन। औरंगजेब बादशाह करके वड्डे लोकां करके बाहरों आउंदे सी।
ਕਹਿੰਦੇ ਉਹ ਸਾਰੇ ਫਲ ਦੋ ਦੋ ਚਾਰ ਚਾਰ ਚੁੱਕ ਚੁੱਕ ਆਪਣੇ ਬੈਗ ਚ ਪਾਉਂਦਾ ਏ। ਸੇਵ ਸੰਧੂਰੀ ਅਰ ਜਰਦਾਲੂ ਨਾਸ਼ਪਤੀ ਪਿਸਤਾ ਰਸ ਆਲੂ। ਕਵੀ ਜੀ ਦੱਸ ਰਹੇ ਨੇ, ਕਹਿੰਦੇ ਸੰਧੂਰੀ ਰੰਗ ਦੇ ਸੇਬ, ਨਾਸ਼ਪਤੀਆਂ, ਆਲੂ ਬੁਖਾਰੇ, ਪ੍ਰਦੇਸ਼ਾਂ ਦੀਆਂ ਕਿਸਮਾਂ। ਕਹਿੰਦੇ ਸਾਰਾ ਕੁਝ ਇਕੱਠਾ ਕਰ ਲਿਆ, ਖੁਸ਼ ਬੜਾ ਮਨਾ ਮੇਰਿਆ, ਇੰਨਾ ਕੁਝ ਲੈ ਤੇ ਲਿਆ, ਖੁਸ਼ੀ ਤੇ ਤਾਂ ਮਨ ਨੂੰ ਆਉਣੀ ਜੇ ਸਤਿਗੁਰ ਛਕ ਵੀ ਲੈਣਗੇ। ਕਿਤੇ ਗੁਰੂ ਸਾਹਿਬ ਇਹ ਨਾ ਕਹਿ ਦੇਣ ਵੀ ਮਨੁੱਖਾਂ ਦੇ ਹੱਥ ਤੋਂ ਬਗੈਰ ਅਸੀਂ ਛਕਦੇ ਕੁਝ ਨਹੀਂ। ਮਨ ਦੇ ਵਿੱਚ ਇਸ ਗੱਲ ਦਾ ਖੌਫ ਸਤਾਉਂਦਾ ਏ। ਸੰਗਤ ਰੇ ਧਰਮ ਸੁਭਦਾਨੇ ਨਾਨਾ ਭਾਤਨ ਕੇ ਰਸ ਸਾਨੇ। ਅਨਾਰ ਆੜੂ ਸਭ ਕੁਝ ਲੈ ਕੇ ਬਾਜ਼ਾਰ ਤੋਂ ਤੁਰਿਆ ਜਾਂਦਾ, ਦੂਰ ਨਜ਼ਰ ਪੈ ਗਈ ਗੰਨਿਆਂ ਤੇ। ਇਹ ਪੰਜਾਬ ਦੀ ਧਰਤੀ ਤੇ ਆਮ ਹੁੰਦਾ, ਇੱਕ ਗੰਨਾ ਸੋਚਦਾ ਹੈ ਜੇ ਇਹ ਗੰਨੇ ਮੈਂ ਸਤਿਗੁਰਾਂ ਦੇ ਵਾਸਤੇ ਲੈ ਜਾਵਾਂ, ਹੋ ਸਕਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜੇ ਆਨੰਦ ਨਾਲ ਚੂਪ ਲੈਣ, ਹੋ ਸਕਦਾ, ਕਿਉਂਕਿ ਵੱਡੇ ਲੋਕ ਅਕਸਰ ਏਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਨੇ ਜੋ ਬਿਲਕੁਲ ਸਾਦਗੀ ਵਾਲੀਆਂ ਤੇ ਸਿੰਪਲ ਹੋਣ। ਇਹ ਪ੍ਰੇਤ ਨੇ ਆ ਕੇ ਦੁਕਾਨ ਤੋਂ 5-7 ਗੰਨੇ ਚੁੱਕ ਲਏ। ਹੁਣ ਗੰਨੇ ਕਿਉਂ ਚੁੱਕੇ ਨੇ? ਇਹਦੇ ਪਿੱਛੇ ਵੀ ਮੇਰੇ ਸਤਿਗੁਰਾਂ ਦੀ ਬਹੁਤ ਵੱਡੀ ਖੇਡ ਸੀ। ਸਭ ਕੁਝ ਲੈ ਕੇ ਬਾਜ਼ਾਰ ਦੇ ਵਿੱਚ ਤੁਰਿਆ ਜਾਂਦਾ, ਲੋਕੀ ਹੈਰਾਨ ਡਰ ਗਏ, ਇਹ ਸਮਾਨ ਉੱਡਿਆ ਕਿੱਧਰ ਜਾਂਦਾ ਹੈ? ਸਰੀਰ ਨਜ਼ਰ ਨਹੀਂ ਆਉਂਦਾ। ਤਿਨਹੋਂ ਦੇਖ ਕੇ ਪ੍ਰੇਤ ਵਿਚਾਰਾ ਇਨ ਲੈ ਚਲੋ ਜੋ ਕਰਹਿ ਆਹਾਰਾ। ਜੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਅੱਜ ਰੱਜ ਕੇ ਭੋਜਨ ਛਕ ਲੈਣ, ਗੁਰੂ ਕਾ ਸਿੱਖ, ਗੁਰੂ ਸਾਧੂ ਕਿਤੇ ਰੱਜ ਜਾਵੇ ਨਾ, ਤੇ ਉਹ ਰੱਜਿਆ ਹੋਇਆ ਪਤਾ ਨਹੀਂ ਕਿੰਨਿਆਂ ਨੂੰ ਰਜਾ ਦਿੰਦਾ। ਤਨ ਦਾ ਭੋਜਨ ਛਕ ਕੇ ਰੱਬ ਦੇ ਪਿਆਰੇ ਬੰਦਗੀ ਵਾਲੇ ਖੁਸ਼ ਹੋ ਕੇ ਜਿਹੜੀ ਅੰਦਰੋਂ ਅਸੀਸ ਬਖਸ਼ਦੇ ਨੇ, ਜੀਵਨ ਦਾ ਬੇੜਾ ਤੇ ਪਾਰ ਹੋਈ ਲਾਉਂਦੀ ਹੈ। ਇਸੇ ਕਰਕੇ ਦਸ਼ਮੇਸ਼ ਜੀਆਂ ਨੇ ਆਖਿਆ ਸੀ, ਸਿੱਖਾਂ ਪੰਡਤਾਂ ਨੂੰ ਭੋਜਨ ਨਾ ਖਵਾਈ, ਕਿਸੇ ਹਿੱਸੇ ਨਹੀਂ ਆਉਣਾ, ਕਿਸੇ ਲੋੜਵੰਦ, ਕਿਸੇ ਗਰੀਬ, ਕਿਸੇ ਸਿੱਖ ਨੂੰ ਭੋਜਨ ਛਕਾ ਦੇਈ, ਕਿਉਂਕਿ ਜੇ ਤੇਰੇ ਅੰਦਰ ਛਕਾਉਣ ਵਾਲੀ ਸ਼ਰਧਾ ਹੋਏਗੀ ਤੇ ਅਸੀਂ ਆਪ ਛਕਾਂਗੇ। ਆਖੋ ਸਤਨਾਮ। ਸਿੱਖ ਦੀ ਰਸਨਾ ਤੇ ਗੁਰੂ ਬਹਿ ਕੇ ਛਕਦਾ। ਤੇ ਅੱਜ ਪ੍ਰੇਤ ਇਹ ਗੱਲ ਕਿਉਂ ਜਾਣਦਾ ਜੀ? ਉਹ ਆਪਣੇ ਜੀਵਨ ਦੇ ਵਿੱਚ ਇੱਕ ਚੰਗਾ ਇਨਸਾਨ ਸੀ ਹੈ ਨਹੀਂ। ਬੜੇ ਇਨਸਾਨ ਜ਼ਿੰਦਗੀ 'ਚ ਐਸੇ ਹੁੰਦੇ ਨੇ, ਜਵਾਨੀ ਤੱਕ ਬਹੁਤ ਚੰਗੇ ਸੀ, ਉਸ ਤੋਂ ਬਾਅਦ ਵਿਗੜ ਗਏ। ਕੁਝ ਇਨਸਾਨ ਜਵਾਨੀ ਟਾਈਮ ਤੱਕ ਬਹੁਤ ਵਿਗੜੇ ਸੀ, ਮਾੜੇ ਕਰਮ ਕੀਤੇ, ਰੱਬ ਦੀ ਨਜ਼ਰ ਸਵੱਲੀ ਹੋਈ, ਉਹ ਮਾੜਿਆਂ ਤੋਂ ਚੰਗੇ ਬਣ ਗਏ। ਪ੍ਰੇਤੋ ਕੀਤੋ ਦੇਵਤਾ ਤਿਲ ਕਰਨੇ ਹਾਰੇ। ਜੇ ਰੱਬ ਚਾਹੇ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ। ਹੁਣ ਪ੍ਰੇਤਾਂ ਜੂਨ ਵਿੱਚ ਦੁੱਖ ਬੜੇ ਨੇ, ਇਹ ਕੋਈ ਅੱਤ ਕਥਨੀ ਨਹੀਂ। ਉਹ ਪ੍ਰੇਤ ਸਮਝਦਾਰ ਸੀ, ਚੰਗਾ ਸੀ, ਜਿਹਨੂੰ ਕਹਿ ਲਓ ਪੋਜ਼ਿਟਿਵ એનર્ਜੀ। ਦੋ ਪ੍ਰਕਾਰ ਦੀਆਂ એનર્ਜੀਆਂ ਇਸ ਧਰਤੀ ਤੇ ਨੇ, ਇੱਕ ਪੋਜ਼ਿਟਿਵ, ਇੱਕ ਨੈਗੇਟਿਵ, ਜਿਹਨੂੰ ਅੱਜ ਦੀ ਸਾਇੰਸ ਮੰਨ ਰਹੀ ਹੈ। ਕੋਈ ਐਸੀ ਰੂਹ, ਐਸੀ ਆਤਮਾ ਜੋ ਸਾਡੇ ਸਰੀਰ ਵਿੱਚ ਰੂਹ ਹੈ, ਹਾਥੀ ਵਿੱਚ ਵੀ ਉਹੀ ਹੈ ਤੇ ਕੀੜੀ ਵਿੱਚ ਵੀ ਉਹੀ ਹੈ, ਬੈਕਟੀਰੀਆ ਤੇ ਬਲੱਡ ਦੇ ਸੈੱਲਾਂ ਵਿੱਚ ਵੀ ਉਹੀ ਹੈ। ਪਰ ਸੋਚੀਦਾ ਵੀ ਐਡੀ ਵੱਡੀ ਆਤਮਾ ਜੋ ਹਾਥੀ ਨੂੰ ਚਲਾ ਰਹੀ ਹੈ, ਉਹ ਇੱਕ ਛੋਟੇ ਜਿਹੇ ਸੈੱਲ ਵਿੱਚ ਕਿੱਥੋਂ ਆ ਗਈ? ਹੁਣ ਦੁਨੀਆ ਦਾ ਸਭ ਤੋਂ ਛੋਟਾ ਕਣ ਕਿਹੜਾ ਹੈ? ਉਹਦਾ ਨਾਮ ਹੁੰਦਾ ਅਣੂ। ਅਣੂ ਤੋਂ ਬਣਦੇ ਪਰਮਾਣੂ, ਸਭ ਤੋਂ ਛੋਟਾ ਪਰਮਾਣੂ ਹੈ। ਪਰਮਾਤਮਾ ਨੇ ਉਹਦੇ ਵਿੱਚ ਵੀ ਜੀਵ ਰੱਖੇ ਹੋਏ ਨੇ। ਆਤਮਾ ਜਿਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਵਿਸਥਾਰ ਨਹੀਂ, ਉਹ ਆਤਮਾ ਵੀ ਇੱਕ એનર્ਜੀ ਹੈ ਕਿਹਦੀ ਹੈ? ਪਰਮਾਤਮਾ ਦੀ। ਤੇ ਕਹਿੰਦੇ ਕਈ ਰੂਹਾਂ ਭਟਕਦੀਆਂ ਫਿਰਦੀਆਂ ਜ਼ਮਾਨੇ ਵਿੱਚ, ਕਈ ਰੂਹਾਂ ਭਟਕਦੀਆਂ ਹੋਈਆਂ ਵੀ ਪਰਮਾਤਮਾ ਦੇ ਪਿਆਰਿਆਂ ਦੀ ਸੇਵਾ ਲੱਭਦੀਆਂ ਨੇ। ਕਿਤੇ ਕੋਈ ਸਾਧੂ ਮਿਲ ਜੇ, ਸੇਵਾ ਮਿਲ ਜੇ, ਇਹਦਾ ਮਤਲਬ ਉਹ ਚੰਗਾ ਇਨਸਾਨ ਸੀ ਜਿਹਨੂੰ ਸੇਵਾ ਸੁੱਝ ਗਈ। ਜਿਹਦੇ ਕੋਲ ਸਤਿਗੁਰ ਆਏ ਨੇ, ਮੋਰ ਹਾਥ ਤੇ ਦੂਸ਼ਿਤ ਹੋਏ ਨਾ, ਇਸ ਦੇ ਬਿਨਾ ਅਪਰ ਬਿਦ ਕੋਏ ਨਾ। ਇੰਨੀਆਂ ਵਸਤੂਆਂ ਲੈ ਕੇ ਚੱਲੇ ਆ, ਚਿੰਤਾ ਕਰਦਾ ਜਾਂਦਾ ਸਤਿਗੁਰ ਜੀ ਕਿਤੇ ਇਸ ਪਾਪੀ ਦੇ ਹੱਥਾਂ ਨਾਲ ਇਹ ਭੋਜਨ ਦੂਸ਼ਿਤ ਨਾ ਹੋ ਜੇ, ਭ੍ਰਿਸ਼ਟ ਨਾ ਹੋ ਜੇ।
क्योंकि प्रेत नूं धर्मराज दा श्राप है, जिस वस्तु नूं हथ लाएगा गंदगी बन जाएगी। भोजन नूं हथ लाउण गंदगी बन जाता है, बिस्ता बन जाता है, वो खा नहीं सकते। सब कुछ होंदिया होया भी इस करके वो माड़े लोगों के घरां विच वसदे ने, जिहड़े गंदगी खांदे ने, लाशां खांदे ने, उन्हां दा खाना ही वो है, चंगे भोजन नहीं खा सकते। इसे करके अरदास करदा जांदा, पातशाह जी मैं ते हथ भी नहीं लाए, बड़े तरीके नाल पाए ने, किते तुसी त्याग ना दिओ, मन बड़ा दुखेगा। उचित आहार प्रमाण उचावा, नाना विद को जो मन पावा। सब कुछ लिया करके हवेली दे बेड़े च रख दिता, खड़ा चिंता करदा है, वेखी किते साइयां मुख मोड़ ना जाई। दाता मैनू ते खुशी ऐनी, मैं किनू जाके दसां तुसी मेरे घर आए हो। देखो जी किड्डे वड्डे ओहदे कर्म होणगे। एक प्रेत नू चा मेरे घर सतगुर आए, ते एक गल दसो जी अज दे सिख नू किन्ना क चा मेरे घर गुरु ग्रंथ साहिब महाराज आउण? बिल्कुल नहीं, कहण दीयां गल्लां ने। कोई MLA आ जे, सिंगर टुटिया जा आ जे, कोई सड़िया जा एक्टर आ जे, लोग फोटोआं खचा खचा सैल्फियां पाउणगे, मेरी इहदे नाल फोटो है। जे दिल विच प्यार होवे, अज तक किसे ने ऐदां कीता है? धन गुरु ग्रंथ साहिब महाराज घर आए होण, सीस ते सतगुरां दा स्वरूप लैके सिख आके हुण खिच फोटो ये ड्राइंग रूम विच वड्डी करके लाउणी, नहीं किसे ने, नहीं। कोई बड़ा मंत्री मुख मंत्री होवे, ओहदे नाल ला के विखाईदा जी साडी ते चढ़त बड़ी, आखो सतनाम। कच्चियां पिल्लियां नाल चढ़त नहीं होनी, चढ़त होनी शहनशाह दे नाल। जिहदी मित्रता होवे सृष्टि दे मालक, उस शहनशाह बादशाह दे नाल वो वड्डा होएगा, दुनियादार वड्डे नहीं। प्रेत इस करके खुश है, जमाना कदर जाने ना जाने, मेरे घर सृष्टि दे मालक आए होए। नाराज भुखे ते प्यासे इथों तुर ना जान, पुन पुने गहले कर हाथ, आवत पयो बेग बड़ साथ। सतगुरां दे चरनां विच आके मत्था टेकिया, पहला फूटां वाला बैग झोला सुट दिता, फिर रख दिते गन्ने, दोने जोड़े हाथ। पातशाह आप जी भुखे होवोगे, भुख भी जायज है, प्यास भी लगी होएगी, क्योंकि भुख ते प्यास शरीर दा धर्म है, लगदी है। पर जो बंदगी करन लग जाओ, नाम जपन लग जाओ, नींद भी घट जूगी, भुख भी घट जू। साडे वर्गे खा खा 4 परौंठे सवेरे ते शाम नूं 10, सवेरे अमृत वेला भी साडा सुख नाल 10-11 वजे हुंदा। आखो सतनाम। क्योंकि अन्न दा असर मन ते जरूर हुंदा है। जेहो जा अनाज, जेहो जा अन्न मनुख खाएगा, ओहो जी वृत्ति है, ओहो जी होएगी। मांसाहारी जानवर खाण नूं आउंदे ने, मनुख डरदा है उन्हां तों, शाकाहारियां तो क्यों नहीं डरदा? क्योंकि वो घाह खांदे ने, उन्हां अंदर ओहो जी वृत्ति नहीं, ओहो जी ख्यालात नहीं। गुरु तेग बहादुर पातशाह कहते भाई खेचल क्यों कीती? कहंदा महाराज खेचल नहीं, मेरा फर्ज सी श्री गुर के तर दीन अगारी, पयो दीन बहु बिनय उचारी। सब तो पहला सतगुरां ने एक सेब चुकिया, अता भन लिया हथ दे नाल, कहंदे तू छक ला। कहंदा नहीं महाराज आप छको, भुख आप जी नूं लगी होए, पता नहीं इन्हां जालमां ने किन्ने कहर ढाए होने। गुरु तेग बहादुर पातशाह जी कोल बैठे ओहदियां बेनतियां सुनदे ने, सतगुर सेब छकण लग पए, नाले ते फ्रूट खा रहे ने, नाले ओहदे नाल बचन करदे ने, अंगीकार करहो एह मेवा, बनो किरतार्थ मैं कर सेवा। सतगुरां दे सामने फलां दा ते ढेरी लाता। सतगुर जी आ सुक्के मेवे ने, ਇਹ भी छक लो, भुख खत्म कर दिंदे। गुरु साहब बड़े प्रेम नाल छक रहे ने, बड़ी भावना दे नाल। ਉਹ ਇੱਕੋ ਬੇਨਤੀ ਕਰੀ ਜਾਂਦਾ, ਮਰਦ ਅੰਗੀਕਾਰ ਕਰ ਲਿਓ, ਕਿਤੇ ਇਹ ਨਾ ਹੋਵੇ ਮੇਰੀ ਕਿਰਤ ਜਾਣ ਕੇ ਤੁਸੀਂ ਥੋੜਾ ਜਿਹਾ ਛੱਕ ਕੇ ਛੱਡ ਦਿਓ। बेनती है, कोई पता नहीं तुहानू किन्ना समय इत्थे रहना पै जे, सेवा दा मौका बख्शो। भाग जगे पूरब अब मेरे, यहाँ आके तुमको हेरे। हुण सतगुर जी फल छक रहे ने, पर वो प्रेत आत्मा आखदी महाराज मेरा कोई पूरबला भाग जाग पिया, राजियां दे घर तुसीं नहीं आए,
ਪਾਪੀ ਦੇ ਘਰ ਆ ਗਏ ਹੋ, ਆਖੋ ਸਤਨਾਮ। ਜੇ ਪਾਪੀ ਦੇ ਘਰ ਕੋਈ ਭਗਤ ਆਇਆ ਤੇ ਸਮਝੋ ਕਿਸਮਤ ਖੁੱਲੀ ਹੈ, ਕਿਸਮਤ ਦਾ ਦਰਵਾਜ਼ਾ ਖੁੱਲਿਆ। ਗੱਲ ਹੋਈ ਹੈ, ਕ੍ਰਿਸ਼ਨ ਜੀ ਆਏ ਸੀ ਵਿਦਰ ਦੇ ਘਰ। ਦਿੱਲੀ ਵਿੱਚ ਘਰ ਸੀ, ਮਹਿਲ ਸੀ ਦੁਰਯੋਧਨ ਦਾ। ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਬਚਨ ਲਿਖੇ ਨੇ, ਕਹਿੰਦੇ ਵਿਦਰ ਦੇ ਘਰ ਜਾਏ ਕੈ ਸੁੱਤਾ, ਭੁੱਖ ਪਿਆਸ ਕੱਟੀ ਲੂਣਾ ਸਾਗ ਖਾਦਾ ਉੱਥੇ ਹੀ ਸੌਂਗੇ, ਕਿਉਂਕਿ ਵਿਦਰ ਦੇ ਕਰਮ ਜਾ ਕੇ। ਦੁਰਯੋਧਨ ਬਾਦਸ਼ਾਹ ਸੀ, ਉਹਦੇ ਘਰ ਨਹੀਂ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਆ ਗਏ, ਮਲਕ ਭਾਗੂ ਦੇ ਨਹੀਂ ਗਏ। ਉਹ ਬਾਦਸ਼ਾਹ ਸੀ, ਹਵੇਲੀਆਂ ਚੁੱਕਦੀਆਂ ਨਹੀਂ। ਜਿੱਥੇ ਪ੍ਰੇਮ ਹੋਏਗਾ ਘਰ ਉਹੀ ਸਵਰਗ ਹੈ, ਜਿੱਥੇ ਪਿਆਰ ਨਹੀਂ ਉਹ ਵੱਡੇ ਵੱਡੇ ਮਹਿਲ ਵੀ ਖੰਡਰਾਤ ਨੇ, ਆਖੋ ਸਤਨਾਮ। ਡੰਡੇ ਚੁੱਕਦੇ ਉੱਥੇ ਮਾੜੇ ਅਪਸ਼ਬਦਾਂ ਦੇ। ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਬੈਠੇ ਫਲ ਛਕ ਰਹੇ ਨੇ, ਕਹਿੰਦਾ ਮਰਜ ਮੇਰੀ ਤੇ ਭਾਗ ਜਾਗ ਪਏ। ਅੰਦਰੋਂ ਫੀਲ ਹੋ ਰਿਹਾ, ਉਹਨੂੰ ਅਹਿਸਾਸ ਹੈ ਕੋਈ ਚੰਗਾ ਕਰਮ ਜਾਗਿਆ ਏ। ਪੁਨ ਤੁਮ ਭਏ ਪਰਹੁਨ ਚਾਰੀ, ਬਸ ਹੁਦੋ ਮੈਂ ਇਹਾਂ ਅਗਾਰੀ। ਸਤਿਗੁਰ ਦੀ ਆਪ ਹੁਕਮ ਕਰਦੇ ਰਹੇ ਹੋ, ਤੁਸੀਂ ਪ੍ਰਾਹੁਣੇ ਬਣ ਕੇ ਸਾਡੇ ਘਰ ਆਏ ਹੋ ਤੇ ਦਾਸ ਤੁਹਾਡੀ ਪ੍ਰਾਹੁਣਚਾਰੀ ਕਰੇਗਾ, ਮਹਿਮਾਨਵਾਜ਼ੀ। ਸਤਿਗੁਰ ਬੜੇ ਖੁਸ਼ ਹੋਏ, ਕਹਿੰਦੇ ਸੱਜਣਾ ਤੇਰੀ ਸੇਵਾ ਤੋਂ ਬੜੇ ਖੁਸ਼ ਆ, ਤੂੰ ਹੈ ਬੜਾ ਚੰਗਾ। ਕਹਿੰਦਾ ਨਹੀਂ ਮਰਦ ਜੇ ਚੰਗਾ ਹੁੰਦਾ ਤੇ ਪ੍ਰੇਤ ਕਾਹਨੂੰ ਬਣਦਾ, ਆਖੋ ਸਤਨਾਮ। ਜੇ ਚੰਗਾ ਹੁੰਦਾ ਇਸ ਜੂਨ ਵਿੱਚ ਕਿਉਂ ਆਉਂਦਾ। ਆਵਨ ਆਜ ਆਪ ਕੋ ਪਇਓ, ਮੈਂ ਬੜ ਭਾਗ ਜਾਨ ਨਿਜ ਲਿਓ। ਜੇ ਅੱਜ ਤੁਸੀਂ ਇਸ ਪਾਪੀ ਦੇ ਦੁਆਰੇ ਤੇ ਆਈ ਗਏ ਹੋ, ਸਤਿਗੁਰ ਜੀ ਹੁਣ ਤੱਕ ਤੇ ਮੈਂ ਪਾਪੀ ਸੀ, ਹੋ ਸਕਦਾ ਜੇ ਤੁਹਾਡੀ ਨਜ਼ਰ ਸਵੱਲੀ ਹੋ ਜੇ ਮੈਂ ਚੰਗਾ ਬਣ ਜਾ। ਜੇ ਤੁਸੀਂ ਕਿਰਪਾ ਕਰ ਦੋ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲੇ ਫਰੂਟ ਛਕ ਰਹੇ ਨੇ, ਕਹਿੰਦੇ ਭਾਈ ਇਹ ਸਵਾਦਿਸ਼ਟ ਬੜੇ ਨੇ, ਬੜਾ ਆਨੰਦ ਆਇਆ, ਛਕ ਕੇ ਬੜੇ ਪ੍ਰਸੰਨ ਹੋਇਆ ਸੀ। ਐਮ ਬੇਨਤੀ ਸੁਣ ਕੇ ਤਿਸ ਕੀਰੀ, ਕਿਰਪਾ ਦ੍ਰਿਸ਼ਟ ਸ਼੍ਰੀ ਸਤਿਗੁਰ ਹੇਰੀ। ਹੁਣ ਨਾਲੇ ਸਤਿਗੁਰ ਬੇਨਤੀ ਸੁਣ ਰਹੇ ਨੇ, ਨਾਲੇ ਫਲ ਛਕ ਰਹੇ ਨੇ, ਨਾਲੇ ਤਰਸ ਦੀਆਂ ਨਜ਼ਰਾਂ ਨਾਲ ਉਹਦੇ ਵੱਲ ਵੇਖ ਰਹੇ। ਇੱਕ ਮਨੁੱਖ ਹੋ ਕੇ, ਇਨਸਾਨ ਬਣ ਕੇ ਧਰਮਾਂ ਦੀ ਲੜਾਈ ਵਿੱਚ ਪਿਸ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਹਿੰਦੂ ਲੋਕਾਂ ਤੇ ਅਤਿਆਚਾਰ ਕਰ ਰਹੇ ਨੇ। ਸਮਝਣ ਵਾਲੀ ਗੱਲ ਹੈ। ਇੱਕ ਇਨਸਾਨ ਹੋ ਕੇ ਪਸ਼ੂਆਂ ਵਾਲੇ ਕਰਮ, ਉਹ ਇੱਕ ਪ੍ਰੇਤ ਹੋ ਕੇ ਇਨਸਾਨਾਂ ਤੋਂ ਵੀ ਚੰਗੇ ਕੰਮ ਦੇਵਤਿਆਂ ਵਾਲੇ ਕਰ ਰਹੇ ਆ। ਬਸ ਆਹੀ ਫਰਕ ਹੁੰਦਾ ਹੈ। ਰੱਬ ਮਨੁੱਖਾ ਜਨਮ ਸਭ ਨੂੰ ਦੇ ਦਿੰਦਾ ਹੈ। ਕਿਸੇ ਕਰਮ ਕਰਕੇ, ਕੋਈ ਚੰਗਾ ਕਰਮ ਸੀ, ਮਨੁੱਖਾ ਸਰੀਰ ਮਿਲ ਗਿਆ, ਪਰ ਇਹ ਜਨਮ ਸੰਭਾਲਣਾ ਨਹੀਂ ਆਇਆ। ਉੱਥੇ ਬਾਣੀ ਨੇ ਕਹਿ ਦਿੱਤਾ, ਮਾਨਸ ਜਨਮ ਦੁਰਲਭ ਹੈ ਹੋਏ ਨਾ ਵਾਰੇ ਬਾਰ। ਮਨੁੱਖਾ ਜਨਮ ਇੰਨਾ ਦੁਰਲਭ, ਗੁਰੂ ਜੀ ਕਹਿੰਦੇ ਬਾਰ-ਬਾਰ ਨਹੀਂ ਹੁੰਦਾ। ਜਿਉ ਬਨ ਫਲ ਪਾ ਕੇ ਪੋਏ ਗਿਰ ਹੈ, ਬਹੁਰ ਨ ਲਾਗੈ ਡਾਰ। ਇੱਕ ਫਲ ਪੱਕ ਕੇ ਟਾਹਣੀ ਤੋਂ ਟੁੱਟ ਕੇ ਡਿੱਗ ਜਾਏ, ਅੱਜ ਦੀ ਸਾਇੰਸ ਵੀ ਜੋੜ ਨਹੀਂ ਸਕਦੀ, ਆਖੋ ਸਤਨਾਮ। ਦੁਬਾਰਾ ਕਿਤੇ ਰਸ ਲੈਣ ਦਾ ਕਿਸੇ ਨਹੀਂ ਹੁੰਦਾ। ਮਨੁੱਖਾ ਜਨਮ ਇੱਕ ਵਾਰ ਹੱਥੋਂ ਖੁੱਸ ਜਾਵੇ, ਨਹੀਂ ਮਿਲਦਾ ਦੁਬਾਰਾ। 83,09,999 ਜੂਨਾਂ ਤੋਂ ਬਾਅਦ ਕਿਤੇ ਜਾ ਕੇ ਇਹ ਵਾਰੀ ਆਉਂਦੀ ਹੈ। ਉਹ ਵੀ ਪਤਾ ਨਹੀਂ ਇੱਕ ਜੂਨ ਕਿੰਨੇ ਕਿੰਨੇ ਸਾਲਾਂ ਦੀ ਹੋਏਗੀ। ਤੇ ਅੱਜ ਪ੍ਰੇਤ ਰੋ ਗਿਆ, ਅਥਰੂ ਆ ਗਏ। ਸਤਿਗੁਰ ਇਹਦੇ ਅਥਰੂਆਂ ਵੱਲ ਵੇਖਦੇ, ਬੜਾ ਤਰਸ ਕਰਦੇ। ਪਰ ਇੱਕੋ ਗੱਲ ਕਹਿੰਦਾ, ਮਹਾਰਾਜ ਮੈਨੂੰ ਸੁਭਾਗ ਮਿਲ ਗਿਆ, ਮੈਂ ਆਪਣੇ ਉਹਨਾਂ ਚੰਗਿਆਂ ਕਰਮਾਂ ਨੂੰ ਯਾਦ ਕਰਕੇ ਭਾਵੁਕ ਅੱਜ ਮੈਂ ਖੁਸ਼ ਬਹੁਤ ਹਾਂ। ਦੀਨ ਜਾਨ ਅੰਗੀ ਕਿਰਤ ਕੀਨਸ, ਮੇਵਾ ਅਚਨ ਹੇਤ ਕਰ ਲੀਨਸ। ਸਤਿਗੁਰਾਂ ਨੇ ਮੇਵੇ ਛਕ ਲਏ, ਸਭ ਕੁਝ ਛੱਡ ਦਿੱਤਾ ਉੱਤੇ, ਕਿਉਂਕਿ ਬੰਦਗੀ ਵਾਲੇ ਰੱਬ ਦੇ ਪਿਆਰੇ ਸੰਤੋਖੀ ਹੁੰਦੇ ਨੇ। ਮਨੁੱਖ ਨੂੰ ਪਰਮਾਤਮਾ ਨੇ ਦਿੱਤਾ ਬੜਾ ਕੁਝ ਹੈ, ਪਰ ਇੱਕ ਸੰਤੋਖ ਨਹੀਂ ਦਿੱਤਾ, ਆਖੋ ਸਤਨਾਮ। ਹੈ ਸਾਰਾ ਕੁਝ ਸਾਡੇ ਕੋਲ, ਪਰ ਅੱਜ ਦੇ ਆਪਾਂ ਗੱਡੀ ਇੱਕ ਆ ਜੇ ਫਿਰ ਵੀ ਕਹਿੰਦਾ ਅਜੇ ਗੱਲ ਬਣੀ ਨਹੀਂ, ਅਜੇ ਸਰਦਾ ਨਹੀਂ, ਇੱਕ ਹੋਰ ਚਾਹੀਦੀ ਹੈ। ਹੋਰ ਆ ਗਈ, ਨੀਅਤ ਅਜੇ ਵੀ ਨਹੀਂ ਰੱਜੀ, ਹੁਣ ਵੱਡੀ ਲਗਜ਼ਰੀ ਚਾਹੀਦੀ ਹੈ। 4 ਗੱਡੀਆਂ ਲੈ ਕੇ ਵੀ ਮਨ ਕਹਿੰਦਾ ਅਜੇ ਮੇਰੇ ਖਰਚੇ ਵੀ ਅਧੂਰੇ ਨੇ, ਬਣਿਆ ਕੁਛ ਨਹੀਂ। ਜਦੋਂ ਬੰਦੇ ਕੋਲ ਨਹੀਂ ਸੀ ਉਦੋਂ ਵੀ ਤੇ ਟਾਈਮ ਟਪਾਉਂਦਾ ਸੀ, ਉਦੋਂ ਵੀ ਤੇ ਕੱਟਦਾ ਸੀ। ਪਰਮਾਤਮਾ ਨੇ ਮਨੁੱਖ ਨੂੰ ਸਬਰ ਨਹੀਂ ਦਿੱਤਾ। ਪਸ਼ੂਆਂ ਕੋਲੇ ਸਬਰ ਹੈ,
ਭਈ ਉਹਨਾਂ ਨੂੰ ਪਦਾਰਥ ਨਹੀਂ ਦਿੱਤੇ, ਆਖੋ ਸਤਨਾਮ। ਮੌਜਾਂ ਨਹੀਂ ਦਿੱਤੀਆਂ ਉਹਨਾਂ ਨੂੰ, ਕਿਉਂਕਿ ਉਹ ਜੂਨਾ ਨੇ। ਮਨੁੱਖਾ ਜਨਮ ਵਿੱਚ ਸਰਦਾਰੀ ਹੈ, ਇਸ ਕਰਕੇ ਕੋਈ ਇੱਕੋ ਮਨੁੱਖ ਹੁੰਦਾ ਹੈ ਕਰੋੜਾਂ ਚ ਜਿਹਨੂੰ ਪ੍ਰਮਾਤਮਾ ਸਬਰ ਦੇ ਦੇ। ਸਬਰ ਅੰਦਰ ਸਾਬਰੀ ਤਾਨੇ ਵੇ ਜਾਲੇਨ, ਹੋਰ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਨ। ਮਰਦ ਕਹਿੰਦੇ ਜਿਹੜੇ ਰੱਬ ਦੇ ਨੇੜੇ ਉਹ ਕਿਸੇ ਨੂੰ ਭੇਦ ਨਹੀਂ ਦਿੰਦੇ, ਜਿਹੜੇ ਭੇਦ ਨਹੀਂ ਦਿੰਦੇ ਸਬਰ ਹੀ ਉਹ ਰੱਖਦੇ ਨੇ। ਬਾਕੀ ਤੇ ਜ਼ਮਾਨਾ ਲਾਲਚ ਵਿੱਚ ਹੈ, ਲਾਲਚ ਵਿੱਚ ਰਿਸ਼ਤੇ ਵੀ ਮਨੁੱਖ ਨਹੀਂ ਬਖਸ਼ਦਾ। ਅੱਜ ਇਹ ਮਨੁੱਖ ਦੇ ਅੰਦਰ ਸਬਰ ਸੀ, ਭਾਵੇਂ ਉਹ ਪ੍ਰੇਤ ਹੈ। ਕੀ ਹੋਇਆ ਪ੍ਰੇਤਾ ਜੂਨ ਦੇ ਵਿੱਚ? ਦਿਲ ਤੇ ਪ੍ਰੇਤਾਂ ਵਾਲਾ ਨਹੀਂ ਨਾ, ਮਨ ਤੇ ਇਨਸਾਨਾਂ ਤੋਂ ਵੀ ਚੰਗਾ ਹੈ, ਕਿਉਂਕਿ ਵਿਚਾਰ ਚੰਗੇ। ਉਹਨੇ ਵਕਤ ਪਛਾਣ ਲਿਆ, ਰਚਿਓ ਜੀਤਕ ਸੋ ਕੀਨ ਆਹਾਰਾ, ਪਰਿਓ ਰਹਿਓ ਜੋ ਤਹਾਂ ਬਿਥਾਰਾ। ਕਹਿੰਦੇ ਜੋ ਫਲ ਬਚ ਗਏ ਉਦਾਂ ਹੀ ਪਏ ਨੇ। ਇਸ ਪ੍ਰੇਤ ਨੇ ਇੱਕ ਫਲ ਛਕਿਆ, ਉਹ ਤੋਂ ਵੱਧ ਕੇ ਕੁਝ ਨਹੀਂ ਛਕਿਆ। ਮਨੁੱਖ ਦੀ ਬਿਰਤੀ ਕਦੇ ਨਹੀਂ ਰਚਦੀ, ਇਹ ਲਾਲਚੀ ਲਾਲਚ ਪੁਕਾਰਦੀ ਹੈ। ਪੇਟ ਭਰ ਜਾਏਗਾ ਪਰ ਮਨ ਨਹੀਂ ਭਰਦਾ, ਮਨ ਨਹੀਂ ਰਚਦਾ। ਉਹ ਕੋਈ ਵਿਰਲਾ ਲੱਖਾਂ ਪਦਾਰਥਾਂ ਨੂੰ ਦੇਖ ਕੇ ਕਹਿੰਦਾ ਛੱਡ ਪਰ ਮੈਂ ਨਹੀਂ ਲੈਣਾ। ਕਰੋੜਾਂ ਰੁਪਇਆ ਕੋਲ ਆ ਜਾਂਦਾ, ਕਹਿੰਦਾ ਛੱਡੋ ਜੀ ਆਪਾਂ ਕੀ ਕਰਨਾ ਹੈ। ਪਹਿਲਾਂ ਕੋਲੇ ਪਿਆ ਪਰੇਸ਼ਾਨ ਕਰਦਾ ਹੈ। ਤੇ ਉਹ ਤਿਆਗ ਬਿਰਤੀ ਚ ਰਹਿੰਦੇ ਨੇ। ਇੱਕ ਬੰਦਾ ਸਭ ਕੁਝ ਹੁੰਦਿਆਂ ਮਰੂ ਮਰੂ ਕਰਦਾ, ਕਹਿੰਦਾ ਅੱਜ ਹੀ ਲੁੱਟ ਲਾਂ ਦੁਨੀਆ। ਭਗਤੀ ਕਰਨ ਸਾਰ ਅੰਦਰ ਦੇ ਜਜ਼ਬੇ ਬਦਲ ਜਾਂਦੇ, ਜਜ਼ਬਾਤ ਬਦਲਦੇ ਨੇ, ਮਨੁੱਖ ਦੇ ਖਿਆਲ ਬਦਲਦੇ ਨੇ। ਕਹਿੰਦੇ ਕੋਈ ਕਰਮ ਜਾਗਿਆ ਸੀ, ਖਿਆਲ ਐਸੇ ਬਦਲੇ। ਮਰ ਜੇ ਕਹਿੰਦੇ ਮੰਗ ਕੁਝ ਮੰਗਣਾ ਹੈ, ਕਹਿੰਦਾ ਜੀ ਦਰਸ਼ਨ ਹੋ ਗਏ ਹੁਣ ਕੁਝ ਨਹੀਂ ਚਾਹੀਦਾ, ਆਖੋ ਸਤਨਾਮ। ਸੰਤੋਖ ਸੀ ਨਾ। ਤੇ ਕੋਈ ਸੰਸਾਰੀ ਬੰਦਾ ਹੁੰਦਾ ਅੱਜ ਦੇ ਸਮੇਂ 'ਚ, ਪਰਮਾਤਮਾ ਪੁੱਛੇ ਮੰਗ, ਉਹਨੇ ਕਹਿਣਾ ਜੀ ਰਾਜਾ ਬਣਾ ਦਿਓ, ਬਾਦਸ਼ਾਹ ਬਣਾ ਦਿਓ ਮੈਨੂੰ, ਆਪਣੇ ਪਲੇਨ ਚੱਲਦੇ ਹੁਣ ਮੇਰੇ। ਇੱਥੇ ਹੀ ਹੈ ਨਾ ਬੰਦੇ ਦੀ ਬਿਰਤੀ। ਪਰ ਉਹ ਪ੍ਰੇਤ ਹੋ ਕੇ ਵੀ ਸਤਿਗੁਰਾਂ ਤੋਂ ਕੁਝ ਨਹੀਂ ਮੰਗਦਾ, ਹੱਥ ਜੋੜ ਲਈ ਕਹਿੰਦਾ ਦਾਤਾ ਤੁਸੀਂ ਸਭ ਕੁਝ ਜਾਣਦੇ ਹੋ। ਪੁੰਨ ਪੋਨੇ ਕੋ ਚੂਪਨ ਲਾਗੇ, ਸ਼ੀਲਕ ਡਾਰਤ ਹੈ ਕੁਛ ਆਗੇ। ਸਤਿਗੁਰ ਕਹਿੰਦੇ ਲਿਆ ਗੰਨੇ ਫੜਾ। ਫਿਰ ਇੱਕ ਗੰਨਾ ਉਹਨੇ ਸਤਿਗੁਰਾਂ ਨੂੰ ਫੜਾ ਦਿੱਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੰਦਾਂ ਨਾਲ ਗੰਨਾ ਛਿੱਲਿਆ, ਛਿੱਲ ਕੇ ਛਿਲਕਾ ਮਾਰਿਆ ਹਵੇਲੀ ਤੋਂ ਬਾਹਰ। ਹੁਣ ਹਵੇਲੀ ਤੋਂ ਬਾਹਰ ਸੀ ਗਲੀ, ਸੜਕ ਜਾਂਦੀ ਰਸਤਾ। ਰਾਤ ਵੇਲੇ ਸਤਿਗੁਰ ਗੰਨੇ ਚੂਪ ਰਹੇ ਨੇ। ਵੇਖੋ ਖੇਡ ਮਾਰਗ ਦੀ, ਨਾਲੇ ਗੰਨੇ ਚੂਪ ਰਹੇ ਨੇ, ਨਾਲੇ ਕਹਿੰਦੇ ਉਹ ਸੱਜਣਾ ਰਸ ਬੜਾ ਵਧੀਆ ਹੈ, ਬੜੇ ਦਿਨਾਂ ਬਾਅਦ ਨਸੀਬ ਹੋਇਆ ਕੁਝ ਖਾਣਾ, ਬੜਾ ਚੰਗਾ ਲੱਗਦਾ ਏ। ਵਹਿਰ ਹਵੇਲੀ ਤੇ ਕੁਛ ਡਰ ਹੈ, ਸਮੁਖ ਪ੍ਰੇਤ ਗੁਰ ਦਰਸ਼ਨ ਨਿਹਾਰ ਹੈ। ਪ੍ਰੇਤ ਹੱਥ ਜੋੜ ਕੇ ਸਾਹਮਣੇ ਬੈਠਾ, ਕੁਝ ਛਿੱਲ ਕੇ ਸਤਿਗੁਰ ਅੰਦਰ ਸੁੱਟ ਦਿੰਦੇ, ਕੁਝ ਛਿੱਲ ਕੇ ਚੁੱਕ ਕੇ ਬਾਹਰ। ਜਿਹੜੇ ਗੰਨੇ ਦੇ ਲੰਬੇ ਛਿਲਕੇ ਉਹ ਬਾਹਰ ਸੁੱਟ ਰਹੇ ਨੇ, ਜਿਹੜਾ ਗੁੱਦ ਵਾਲਾ ਛਿਲਕਾ ਅੰਦਰ ਸੁੱਟ ਰਹੇ ਨੇ। ਪ੍ਰੇਤ ਹੈਰਾਨ ਸੋਚਦਾ ਕੋਈ ਖੇਡ ਹੋਣੀ ਮਰਦੀ, ਵਰਨਾ ਆਪਾਂ ਕਿਤੇ ਗੰਨੇ ਚੂਪੀਏ ਇੱਕ ਥਾਂ ਤੇ ਗੰਦ ਪਾਈਦਾ, ਇੱਕ ਥਾਂ ਤੇ ਖਲਾਰਾ ਪਾਈਦਾ। ਪਰ ਸਤਿਗੁਰ ਖੇਡ ਵਰਤਾ ਰਹੇ ਨੇ। ਕਹਿੰਦੇ ਛਿਲਕਾ ਬਾਹਰ ਸੁੱਟ ਦਿਆ ਕਰਨ, ਵਿੱਚ ਵਾਲਾ ਗੁੱਦਾ ਹੇਠਾਂ ਸੁੱਟ ਦਿਆ ਕਰਨ। ਉਹ ਪ੍ਰੇਤ ਨੇ ਕੋਈ ਸ਼ੰਕਾ ਨਾ ਕੀਤਾ, ਕਿਉਂਕਿ ਸਿੱਖ ਹੀ ਉਹ ਹੈ ਜਿਹੜਾ ਗੁਰੂ ਦੀ ਕਰਨੀ ਵੱਲ ਨਹੀਂ ਦੇਖਦਾ, ਗੁਰੂ ਦੀ ਕਿਰਤ ਵੱਲ ਨਹੀਂ ਵੇਖਦਾ, ਬਸ ਗੁਰੂ ਦੀ ਰਜ਼ਾ ਵਿੱਚ ਰਹਿੰਦਾ ਹੈ। ਗੁਰੂ ਸਾਹਿਬ ਵੀ ਵੇਖ ਰਹੇ ਨੇ, ਇਹ ਸ਼ੰਕਾ ਤੇ ਨਹੀਂ ਕਰਦਾ ਮਨ ਕਰਕੇ। ਗੁਰੂ ਦੇ ਅੰਤਰਜਾਮੀ ਹੈ ਨਾ। ਸਤਿਗੁਰ ਕੀ ਵੇਖਦੇ ਗੁਰਦੁਆਰੇ ਸਾਨੂੰ ਬੈਠਿਆਂ ਨੂੰ? ਅੱਜ ਵੀ ਵੇਖਦੇ ਨੇ ਮਨ। ਇਹ ਸਤ ਸੰਗ ਵਿੱਚ ਬੈਠਾ ਸੋਚਦਾ ਕੀ ਹੈ, ਇਹ ਗੁਰਦੁਆਰੇ ਕਰਨ ਆਉਂਦਾ ਕੀ ਆ? ਆਖੋ ਸਤਨਾਮ। ਕੱਲਾ ਮੱਥਾ ਟੇਕਿਆ ਕੁਛ ਨਹੀਂ ਬਣਨਾ। ਜੇ ਇੱਥੇ ਆ ਕੇ ਵੀ ਬਿਰਤੀ ਲੋਕਾਂ ਦੇ ਕੱਪੜੇ ਦੇਖਣ ਤੱਕ ਕੀ ਹੈ, ਇੱਥੇ ਆ ਕੇ ਵੀ ਗਿਣਤੀ, ਇੱਥੇ ਆ ਕੇ ਵੀ ਬਿਰਤੀ ਲੋਕਾਂ ਦੇ ਬ੍ਰਾਂਡ ਚੈੱਕ ਕਰਨ ਤੇ ਹੈ, ਗੱਲਾਂ ਸੁਣਨ ਤੇ ਹੈ। ਬਸ ਮਾਫ ਕਰਿਓ ਜੀ, ਫਿਰ ਤੇ ਨਾ ਆਉਣ ਚ ਭਲਾਈ। ਆਖੋ ਸਤਨਾਮ। ਕਿਉਂਕਿ ਉਹੋ ਜੇ ਕਰਮ ਬਾਹਰ ਕਰਦੇ, ਉਹੋ ਜੇ ਇੱਥੇ। ਗੁਰੂ ਦੇ ਚਰਨਾਂ ਵਿੱਚ ਆ ਕੇ ਤੇ ਸਿੱਖ ਨੂੰ ਕੇਵਲ ਗੁਰੂ ਦਿਸਣਾ ਚਾਹੀਦਾ ਹੈ, ਹੋਰ ਨਹੀਂ ਨਜ਼ਰ ਆਉਣਾ ਚਾਹੀਦਾ। ਕੋਈ ਕੀ ਕਰਦਾ ਸਾਨੂੰ ਕੀ? ਮਰਦ ਨੇ ਤੇ ਕਹਿ ਦਿੱਤਾ, ਜੇ ਕਰਮ ਵੇਖਣ ਤੇ ਆਉਂਦੇ ਉਹ ਰੰਗ ਦੇਵ ਦੇ ਮਰਦ ਵੇਖ ਸਕਦੀ ਸੀ, ਕੁਛ ਨਹੀਂ ਆਖਿਆ। ਕਹਿੰਦੇ ਆਪਣੇ ਬਣਾਉਂਦਾ ਬਣਾਈ ਜਾਵੇ। ਇਸ ਕਰਕੇ ਸਤ ਸੰਗੀ ਜਨ, ਚੰਗੇ ਪੁਰਸ਼, ਗੁਰੂ ਘਰ ਆਉਣ ਵਾਲੇ, ਉਹ ਚੰਗਾ ਬਾੜਾ ਕਿਸੇ ਨੂੰ ਨਹੀਂ ਕਹਿੰਦੇ। ਉਹਦੇ ਕਰਮ ਉਹਦੇ ਨਾਲ, ਸਾਡੇ ਕਰਮ ਸਾਡੇ ਨਾਲ, ਅਸੀਂ ਕੀ ਬਣਾਉਣੇ ਨੇ? ਗੁਰੂ ਸਾਹਿਬ ਦੇ ਕੋਲੇ ਬੈਠੇ ਮਰਦ ਵੇਖ ਰਹੇ ਨੇ, ਇਹਦੇ ਮਨ ਦੇ ਵਿੱਚ ਕੋਈ ਸ਼ੰਕਾ ਤੇ ਨਹੀਂ ਚੱਲਦਾ। ਅਦਕ ਪਰਸਾਨਾ ਹੋਤ ਮਨ ਮਾਹੂ, ਚਿਤ ਵਤਰੀਦੈ ਦੋਖ ਅਬਦਾਹੂ। ਹੁਣ ਸਤਿਗੁਰਾਂ ਨੇ ਵੇਖਿਆ ਵੀ ਇਹਦੇ ਮਨ ਦੇ ਵਿੱਚ ਕੋਈ ਦੋਸ਼ ਨਹੀਂ,
ਇਹਦਾ ਮਨ ਸ਼ੀਸ਼ੇ ਵਰਗਾ ਹੈ, ਮਨ ਇਹਦਾ ਪਾਣੀ ਵਰਗਾ ਹੈ। ਬਸ ਗੱਲ ਕਹਾਣੀ ਮੁੱਕ ਇੱਥੇ ਜਾਂਦੀ ਆ ਕੇ। ਸਾਨੂੰ ਸਿੱਖ ਕਿਉਂ ਬਣਾਇਆ ਕਲਗੀ ਵਾਲੇ ਪਿਤਾ ਨੇ? ਸਿੰਘ ਬਣਾ ਕੇ ਸਾਨੂੰ ਇੰਨੀ ਮਰਿਆਦਾ ਕਿਉਂ ਦਿੱਤੀ? 52 ਹੁਕਮ ਪੜ੍ਹੇ ਨੇ। ਜੇ 52 ਹੁਕਮ ਪੜ੍ਹ ਲਓਗੇ ਨਾ, ਜਦੋਂ ਸਿੱਖ ਬਣ ਜਾਓਗੇ, ਅੰਮ੍ਰਿਤ ਛਕ ਲਓਗੇ, ਕੋਈ ਉਸ ਦਿਨ ਗੱਲ ਸਮਝ ਆਉਣੀ ਹੈ। ਅੱਜ ਤੱਕ ਇਨਸਾਨ ਨਹੀਂ ਸੀ ਬਣਿਆ, ਇਨਸਾਨ ਤੇ ਮੈਨੂੰ ਹੁਣ ਗੁਰੂ ਨੇ ਬਣਾਇਆ। ਆਖੋ ਸਤਿਨਾਮ। ਸ਼ੈਤਾਨ ਬਣ ਕੇ ਜਿਉਂਦਾ ਸੀ। ਸੱਚੀ ਗੱਲ ਹੈ ਜੀ। ਜਦੋਂ ਗੁਰੂ ਵਾਲੇ ਬਣ ਜਾਂਦੇ ਆ ਨਾ, ਫਿਰ ਬੜਾ ਪ੍ਰਾਊਡ ਫੀਲ ਹੁੰਦਾ ਹੈ, ਬੜਾ ਮਾਣ ਹੁੰਦਾ ਹੈ। ਸਤਿਗੁਰਾ, ਅਰਬਾਂ ਲੋਕ ਦੁਨੀਆ ਤੇ ਫਿਰਦੇ ਨੇ, ਮੇਰੀ ਕਿੰਨੀ ਚੰਗੀ ਕਿਸਮਤ ਹੈ, ਤੂੰ ਮੈਨੂੰ ਆਪਣਾ ਬਣਾ ਲਿਆ, ਆਪਣੇ ਲੜਦਾ ਲਿਆ। ਅਰਬਾਂ ਖਰਬਾਂ ਦੇ ਵਿੱਚੋਂ ਜੇ ਕੋਈ ਗੁਰੂ ਨਾਲ ਜੁੜਿਆ ਤੇ ਉਹ ਕਰਮਾਂ ਵਾਲਾ ਹੀ ਹੈ, ਲੱਕੀ ਹੈ, ਉਹ ਕਿਸਮਤ ਵਾਲਾ ਹੈ। ਬਾਕੀ ਜਮਾਨਾ ਤੁਰਿਆ ਫਿਰਦਾ ਹੋਰ ਨਹੀਂ ਬਣ ਜਾਂਦਾ ਕੋਈ, ਪਰ ਮਾਣ ਨਹੀਂ ਹੋਣਾ ਚਾਹੀਦਾ। ਗੁਰੂ ਵੇਖਦਾ ਸਿੱਖ ਬਣਾਉਣ ਤੋਂ ਬਾਅਦ ਇਹਦਾ ਮਨ, ਮੂੰਹ ਅਤੇ ਮਨ ਇੱਕੋ ਹੀ ਹੈ। ਕਿਉਂਕਿ ਬਾਣੀ ਨੇ ਸਪਸ਼ਟ ਕਹਿ ਦਿੱਤਾ ਹੈ, ਦਿਲ ਹੋ ਮੁਹੱਬਤ ਜਿਨ ਸੇ ਹੀ ਸੱਚਿਆ। ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਤੇ ਜ਼ਬਾਨ ਤੋਂ ਇੱਕ ਗੱਲ ਹੈ, ਮਰਦ ਕਹਿੰਦੇ ਸੱਚੇ ਨੇ, ਸੱਚਿਆਰ ਨੇ। ਸੱਚਾ ਉਹੀ ਹੁੰਦਾ ਮਨੁੱਖ, ਸਾਹਮਣੇ ਵੀ ਉਹੀ ਗੱਲ, ਪਿੱਠ ਪਿੱਛੇ ਵੀ ਉਹੀ ਗੱਲ, ਉਹਨੂੰ ਸੱਚਾ ਕਹਿੰਦੇ ਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਦੇ ਵਿਚਾਰ ਹੋਰ ਹੋਣ ਤੇ ਜ਼ਬਾਨੋਂ ਮਿੱਠੇ ਹੋਣ, ਸਤਿਗੁਰ ਬਾਣੀ ਵਿੱਚ ਕਹਿੰਦੇ ਉਹ ਕੱਚਿਆਂ ਕੰਢਿਆਂ ਵਾਲੇ। ਜਿਸ ਬਰਤਨ ਦੇ ਕੰਢੇ ਕੱਚੇ ਹੋਣ, ਆਪੀ ਹਿਸਾਬ ਲਾ ਲਓ ਕਦੋਂ ਤੱਕ ਚੱਲਦੇ। ਗੁਰੂ ਸਿੱਖ ਨੂੰ ਪਰਖਦਾ ਹੈ, ਕਸਵੱਟੀ ਲਾਉਂਦਾ ਹੈ। ਜਦੋਂ ਸਿੱਖ ਬਣ ਜੀਏ ਨਾ, ਦੁੱਖ ਬੜੇ ਪੈਂਦੇ ਨੇ ਜੀ। ਕਿਉਂ? ਮਰਦ ਵੇਖਦੇ ਦੁੱਖਾਂ 'ਚ ਕਿਤੇ ਗਾਲਾਂ ਤੇ ਨਹੀਂ ਕੱਢਦਾ, ਸਤਿਨਾਮ ਡੋਲਦਾ ਤੇ ਨਹੀਂ, ਮੰਦਾ ਚੰਗਾ ਤਾਂ ਨਹੀਂ ਕਹਿੰਦਾ। ਜਿਨ੍ਹਾਂ ਨੂੰ ਪਤਾ ਵੀ ਇਹ ਦੁੱਖ ਵੀ ਮੇਰੇ ਸਤਿਗੁਰ ਦੇ ਨੇ। ਭਾਈ ਮੰਝ ਤੇ ਵੇਖੋ ਕਿੰਨੀਆਂ ਕਸਵੱਟੀਆਂ ਲੱਗੀਆਂ, ਘਰ ਹੀ ਉਜੜ ਗਿਆ। ਕੀ ਉਜੜਿਆ ਰਿਹਾ ਸਾਰੀ ਜ਼ਿੰਦਗੀ? ਨਹੀਂ ਨਹੀਂ, ਉਜੜਨ ਤੋਂ ਬਾਅਦ ਉਹਨੂੰ ਇੱਕ ਤਰ੍ਹਾਂ ਦਾ ਬਾਦਸ਼ਾਹ ਬਣਾ ਕੇ ਰੱਖਤਾ, ਸ਼ਹਿਨਸ਼ਾਹ। ਕਸਵੱਟੀਆਂ ਸੀ, ਪਰਖਾਂ ਸੀ। ਕਸਵੱਟੀਆਂ ਤੇ ਮਰਦ ਨੇ ਆਪਣੇ ਪਰਿਵਾਰ ਤੇ ਵੀ ਲਾਈਆਂ, ਦਸ਼ਮੇਸ਼ ਪਿਤਾ ਨੇ ਪੁੱਤਰਾਂ ਤੇ ਵੀ ਲਾਈਆਂ। ਦੇਖੋ ਕਿੰਨੀਆਂ ਪੱਕੀਆਂ। ਇੱਕ ਕਸਵੱਟੀ ਚਮਕੌਰ ਦੀ ਗੜੀ ਵਿੱਚ ਲੱਗੀ, ਇੱਕ ਕਸਵੱਟੀ ਲੱਗੀ ਸਰਹੰਦ ਦੀ ਨੀਂਹ ਵਿੱਚ। ਉਹ ਰੱਬ ਤੇ ਆਪਣਿਆਂ ਨੂੰ ਵੀ ਪਰਖਦਾ ਤੇ ਸੱਜਣਾ ਤੂੰ ਹੈ ਕੌਣ ਹੈ, ਸਭ ਨੂੰ ਪਰਖਦਾ, ਪਿਓਰਟੀ ਬਖਸ਼ਦਾ, ਪਿਆਰਾ ਬਣਾਉਂਦਾ, ਚੰਗਾ ਬਣਾਉਂਦਾ, ਸਚਿਆਰਾ ਬਣਾਉਂਦਾ। ਸਤਿਗੁਰਾਂ ਨੇ ਤਾਂ ਹਿਰਦਾ ਵੇਖਿਆ, ਵਿੱਚ ਵਲ ਛਲ ਕੋਈ ਨਹੀਂ, ਕੀਤੇ ਕਰਮਾਂ ਨੂੰ ਕੋਸਦਾ ਏ। ਸ੍ਰੀ ਗੁਰੂ ਤੇਗ ਬਹਾਦਰ ਫੇਰ ਬੋਲੇ ਕਿਰਪਾ ਦ੍ਰਿਸ਼ਟ ਕੋ ਹੇਰ। ਇਹਦੇ ਨੇਤਰਾਂ ਦੇ ਹੰਝੂ ਵੇਖ ਕੇ ਸਤਿਗੁਰ ਕਹਿੰਦੇ ਉਹ ਪਿਆਰਿਆ ਕੋਲ ਬੈਠਾ ਕੇ ਜਰਾ ਇੱਧਰ ਆ। ਕਹਿੰਦਾ ਨਹੀਂ ਮਰਦ, ਮੈਂ ਗੰਦਾ ਇਨਸਾਨ, ਸ਼ੈਤਾਨ, ਪਾਪੀ, ਤੁਸੀਂ ਪਾਕ ਪਵਿੱਤਰ। ਗੁਰੂ ਜੀ ਕਹਿੰਦੇ ਮੇਰੀ ਨਜ਼ਰ ਵਿੱਚ ਫਰਕ ਨਹੀਂ। ਗੁਰੂ ਦੀ ਨਜ਼ਰ ਵਿੱਚ ਭੀਖ ਮੰਗਾ ਵੀ ਉਹੀ ਹੈ ਤੇ ਬਾਦਸ਼ਾਹ ਵੀ ਉਹੀ। ਕਿਉਂਕਿ ਸਾਰਿਆਂ ਵਿੱਚੋਂ ਆਪ ਵਸਦੇ। ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹੋ ਤੁਸੀਂ। ਇਸ ਬਾਣੀ ਦਾ ਸਿਧਾਂਤ ਕੀ ਹੈ? ਵੀ ਰੱਬ ਹਰ ਪਾਸੇ ਹੈ। ਰਾਜੇ ਅੰਦਰ ਵੀ ਤੂੰ ਬੈਠਾ ਹੈ, ਭਿਖਾਰੀ ਵਿੱਚ ਵੀ ਤੂੰ ਹੈ। ਕਿਤੇ ਮੰਗੀ ਜਾਂਦਾ ਹੈ, ਕਿਤੇ ਦਾਤਾ ਬਣ ਕੇ ਦਾਨ ਕਰੀ ਜਾਂਦਾ ਹੈ, ਕਿਤੇ ਲੜਾਈਆਂ ਕਰਦਾ ਹੈ, ਕਿਤੇ ਕਲੇਸ਼ ਬਣ ਜਾਂਦਾ ਹੈ, ਕਿਤੇ ਪ੍ਰੇਮ ਬਣ ਕੇ ਜੀਵਨ ਤਾਰ ਦਿੰਦਾ ਹੈ। ਹੈ ਤੇ ਤੂੰ ਹੀ ਹੈ ਨਾ ਸਾਰਾ। ਕਿਤੇ ਕਾਲ ਬਣ ਜਾਂਦਾ, ਕਿਤੇ ਅਕਾਲ ਬਣ ਜਾਂਦਾ। ਮਹਾਰਾਜ ਨੇ ਕੋਲ ਬਿਠਾ ਲਿਆ। ਕਹਿੰਦੇ ਕੁਝ ਪੁੱਛਣਾ ਚਾਹੁੰਦੇ ਆ, ਦੱਸੇਗਾ? ਕਹਿੰਦਾ ਦਾਤਾ ਜੀ ਦੱਸਾਂ ਤੇ ਤਾਂ ਜੇ ਕੁਝ ਛੁਪਾਇਆ ਹੋਵੇ। ਤੂੰ ਤੇ ਅੰਤਰਜਾਮੀ ਹੋ, ਤੁਸੀਂ ਤੇ ਸਭ ਕੁਝ ਜਾਣਦੇ ਹੋ। ਕੋ ਕਰਮ ਤੈ ਤਬ ਹੈ ਕਮਾਵਾ, ਜਿਸ ਤੇ ਪ੍ਰੇਤ ਜੂਨ ਤਨ ਪਾਵਾ। ਪੁੱਛਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, ਦੱਸ ਇਹੋ ਜਿਹਾ ਕਿਹੜਾ ਮਾੜਾ ਕਰਮ ਕੀਤਾ ਤੂੰ? ਉਹ ਭਲਿਆ ਜਿਸ ਕਰਕੇ ਤੈਨੂੰ ਪ੍ਰੇਤ ਬਣਨਾ ਪੈ ਗਿਆ। ਕਦੋਂ ਦਾ ਬਣਿਆ? ਰੋ ਪਿਆ। ਕਹਿੰਦਾ ਮਰਦ ਹਜ਼ਾਰਾਂ ਸਾਲ ਹੋ ਗਏ, ਹਜ਼ਾਰਾਂ ਹੀ, ਕਿੰਨੀਆਂ ਸਦੀਆਂ ਗੁਜ਼ਰ ਗਈਆਂ, ਕਿੰਨੀਆਂ ਲੰਘ ਜਾਣੀਆਂ ਨੇ। ਆ ਪ੍ਰੇਤ ਜੂਨ ਦਾ ਪਤਾ ਹੀ ਨਹੀਂ ਕਦੋਂ ਮੁੱਕੇਗੀ। ਮਹਾਰਾਜ ਕਹਿੰਦੇ ਲੱਖਾਂ ਸਾਲਾਂ ਦੀ ਕਰਮ ਦੱਸ ਕਿਹੜਾ ਕੀਤਾ? ਕਹਿੰਦਾ ਗੁਰੂ ਜੀ ਸਾਰੀ ਜ਼ਿੰਦਗੀ ਚੰਗੇ ਕੰਮ ਕਰਦਾ ਰਿਹਾ, ਇੱਕ ਕਰਮ ਲੈ ਕੇ ਬੈਠ ਗਿਆ। ਸੁਨ ਕਰ ਹੱਥ ਬੰਦ ਤਬ ਕਹਿਓ, ਇਸ ਤੇ ਕੁਕਰਮ ਤੇ ਆਸ ਤਨ ਲਹਿਓ। ਸਤਿਗੁਰ ਜੀ ਇੱਕ ਹੀ ਪਾਪ ਕੀਤਾ ਸੀ, ਇੱਕ ਪਾਪ, ਹੁਣ ਤੱਕ ਪਛਤਾਉਣਾ ਪੈ ਗਿਆ। ਹੁਣ ਤੱਕ ਉੱਥੇ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ, ਨਿਤ ਪੜ੍ਹਦੇ ਹੋ, ਐਸਾ ਕੰਮ ਮੂਲੇ ਨਾ ਕੀਚੈ
ਜਿਤੇ ਅੰਤ ਪਛੋਤਾਈਐ। ਸੱਜਣਾ, ਜ਼ਿੰਦਗੀ ਵਿੱਚ ਐਸਾ ਮਾੜਾ ਕਰਮ ਕਦੇ ਨਾ ਕਰੀ ਜਿਸ ਕਰਮ ਨੂੰ ਕਰਕੇ ਤੈਨੂੰ ਜਿਉਂਦੇ ਦੀ ਵੀ ਪਛਤਾਉਣਾ ਪੈ ਜੇ ਤੇ ਮਰਿਆਂ ਤੋਂ ਬਾਅਦ ਵੀ ਪਛਤਾਵਾ ਹੋਵੇ। ਸਰੀਰ ਮਰਦਾ ਹੈ, ਆਪਾਂ ਨਹੀਂ ਮਰਦੇ। ਨਾ ਆਪਣੀ ਆਤਮਾ ਮਰਦੀ, ਨਾ ਰੂਹ ਮਰਦੀ। ਸਤਿਯੁਗ ਵੇਲੇ ਵੀ ਆਪਾਂ ਸੀ, ਹੁਣ ਵੀ ਆਪਾਂ। ਜਦੋਂ ਸ੍ਰਿਸ਼ਟੀ ਖਤਮ ਹੋ ਜਾਏਗੀ ਉਦੋਂ ਵੀ ਆਪਾਂ ਹਾਂ। ਕਿਉਂ? ਕੌਣ ਆਪਾਂ? ਪਛਾਣਿਆ ਹੀ ਨਹੀਂ। ਮਰਦ ਕਹਿੰਦੇ ਤੂੰ ਤੇ ਪਰਮਾਤਮਾ ਦਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਤੂੰ ਤੇ ਪਰਮੇਸ਼ਰ ਹੈ। ਇੱਕ ਮਾਇਆ ਦੇ ਭੇਦ ਕਰਕੇ ਤੂੰ ਆਪਣੇ ਆਪ ਨੂੰ ਅਲੱਗ ਸਮਝੀ ਜਾਂਦਾ। ਤੂੰ ਨਹੀਂ ਮਰਦਾ ਕਦੇ। ਸਰੀਰ ਨੂੰ ਕਰਮ ਭੋਗਣੇ ਪੈਂਦੇ ਕਿਉਂਕਿ ਸਰੀਰ ਕਰਕੇ ਕੀਤੇ ਨੇ। ਕਹਿੰਦਾ ਮਹਾਰਾਜ ਇੱਕ ਕਰਮ ਸੀ, ਆਪਣੀ ਜਾਨ ਵਿੱਚ ਬਹੁਤ ਚੰਗਾ ਕੀਤਾ, ਪਰ ਅੱਜ ਤੱਕ ਪਛਤਾਵਾ ਹੁੰਦਾ ਏ। ਪਰਿਓ ਸ਼ਰੀਕਨ ਮਹਿ ਵੱਡ ਝਗਰਾ, ਵਿਰਸਾ ਮੋਰ ਹਟਾਵਤ ਸਗਰਾ। ਕਹਿੰਦੇ ਮੇਰੇ ਪਿਤਾ ਕੋਲ ਜ਼ਮੀਨ ਬਹੁਤ ਸੀ। ਜ਼ਮੀਨਾਂ ਵਾਲੇ ਪ੍ਰੇਤ ਬਣਦੇ, ਕੋਠੀਆਂ ਵਾਲੇ, ਜਿਨ੍ਹਾਂ ਕੋਲ 2 ਨੰਬਰ ਦਾ ਪੈਸਾ। ਰੱਬ ਰੱਬ ਨਹੀਂ ਕਰਦੇ ਕਦੇ। ਪਾਤਸ਼ਾਹ ਸਾਡੇ ਕੋਲ ਜ਼ਮੀਨ ਸੀ ਬੜੀ, ਪਿਤਾ ਕਰਕੇ ਚੜਾਈ। ਸਾਰਾ ਸ਼ਰੀਕਾ ਇਕੱਠਾ ਹੋ ਗਿਆ, ਕਹਿੰਦੇ ਜ਼ਮੀਨ ਦੇ ਹਿੱਸੇ ਵੰਡ ਲਓ। ਮੈਂ ਚੰਗੇ ਕੰਮ ਵੀ ਬਹੁਤ ਕਰਦਾ ਸੀ, ਚੰਗੇ ਇਦਾਂ ਦੇ ਕੰਮ। ਮੇਰੇ ਤੇ ਕੋਈ ਇਤਬਾਰ ਨਹੀਂ ਸੀ ਕਰਦਾ ਵੀ ਇਹਨੂੰ 1 ਮਰਲਾ 1 ਟੁਕੜਾ ਦੇ ਦਿਓ। ਉਹ ਕਹਿੰਦੇ ਨਹੀਂ, ਇਹ ਫਕੀਰ ਬੰਦਾ ਹੈ, ਵੇਚ ਦੇਗਾ, ਸਸਤੇ ਭਾਅ ਦੇ ਦੇਗਾ ਕਿਸੇ ਨੂੰ। ਕਹਿੰਦੇ ਮੇਰਾ ਹਿੱਸਾ ਬੋਲਦਾ ਸੀ, ਧੋਖਾ ਕੀਤਾ ਮੇਰੇ ਸ਼ਰੀਕੇ ਵਾਲਿਆਂ ਨੇ, ਮੇਰਾ ਨਾਂ ਹੀ ਕੱਢ ਦਿੱਤਾ ਵਿੱਚੋਂ। ਆਖੋ ਸਤਨਾਮ। ਵੀ ਇਹਦਾ ਤੇ ਹੈ ਹੀ ਕੋਈ ਨਹੀਂ ਅੱਗਾ ਪਿੱਛਾ। ਇਹਨੇ ਜ਼ਮੀਨ ਕਰਨੀ ਕੀ ਹੈ? ਬੜਾ ਦੁੱਖ ਲੱਗਿਆ। ਮੈਂ ਬੜੀਆਂ ਮਿੰਨਤਾਂ ਉਹਨਾਂ ਦੀਆਂ ਕੀਤੀਆਂ ਵੀ ਸ਼ਰੀਕੇ ਵਾਲਿਓ, ਜੇ ਤੁਸੀਂ ਹਿੱਸਾ ਲੈ ਲਿਆ ਮੈਨੂੰ ਵੀ ਤੇ ਦੇ ਦਿਓ। ਜਾਇਜ਼ ਸੀ ਹਿੱਸਾ ਮੰਗਣਾ, ਨਜਾਇਜ਼ ਥੋੜਾ ਹੈ। ਜੋ ਹੈ ਉਹ ਮੰਗ ਲੈਣਾ ਚਾਹੀਦਾ। ਕਹਿੰਦੇ ਜੀ ਮੈਂ ਹਿੱਕ ਤਾਣ ਕੇ ਪੰਚਾਇਤ ਵਿੱਚ ਆਖਿਆ ਮੈਨੂੰ ਮੇਰਾ ਹਿੱਸਾ ਦੇ ਦਿਓ, ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ। ਪਰ ਉਹਨਾਂ ਮੈਨੂੰ ਪਛਾਣਿਆ ਹੀ ਨਹੀਂ। ਲੋਕ ਬੈਕਗ੍ਰਾਉਂਡ ਵੇਖਦੇ ਨੇ ਨਾ ਵੀ ਕਰੂਗਾ ਸਾਡਾ ਕੀ ਇਹ। ਕਹਿੰਦੇ ਸਾਰਿਆਂ ਨੇ ਹਿੱਸੇ ਵੰਡਾਲੇ, ਮੈਨੂੰ ਵਿੱਚੋਂ ਕੱਢ ਦਿੱਤਾ, ਕੁਝ ਦਿੱਤਾ ਨਾ। ਤਬ ਮੈਂ ਕਰਕੇ ਕੂਰੋ ਧਰਮ, ਸਭ ਕੇ ਮਨ ਉਪਜਾਇਓ ਭਰਮ। ਕਹਿੰਦੇ ਜਿਸ ਵੇਲੇ ਮੈਨੂੰ ਹਿੱਸਾ ਮਿਲਿਆ ਹੀ ਨਾ, ਮੈਂ ਕੇਸ ਪਾਤਾ। ਧਿਆਨ ਦਿਓ ਜੀ, ਅੱਜ ਬੜੇ ਲੋਕ ਕੇਸ ਭੁਗਤਦੇ ਤੁਹਾਡੇ ਚ। ਸਾਰਿਆਂ ਨੂੰ ਭੁਗਤਣਾ ਪੈਂਦਾ, ਕੋਈ ਨਾ ਕੋਈ ਘਰੇਲੂ ਚੱਲਦਾ ਹੀ ਰਹਿੰਦਾ। ਉਹਨਾਂ ਸਮਿਆਂ 'ਚ ਅਦਾਲਤਾਂ ਲੱਗਦੀਆਂ ਸੀ ਕਾਜ਼ੀਆਂ ਦੀਆਂ। ਕਹਿੰਦੇ ਮਰਦ ਕਾਜ਼ੀ ਹੁੰਦਾ ਜੱਜ, ਤੁਹਾਨੂੰ ਪਤਾ ਹੀ ਹੈ, ਪਿੱਛੇ ਕਥਾ ਸੁਣਦੇ ਆਏ। ਅੱਜ ਦਾ ਜੱਜ ਕਹਿ ਲਓ, ਜੱਜਮੈਂਟ ਕਰਨ ਵਾਲਾ, ਉਦੋਂ ਦਾ ਕਾਜ਼ੀ ਜਿਹੜੇ ਫਤਵਾ ਜਾਰੀ ਕਰਦੇ ਸੀ, ਜਿਵੇਂ ਸਾਹਿਬਜ਼ਾਦਿਆਂ ਨੂੰ ਕੀਤਾ। ਕਹਿੰਦੇ ਜਦੋਂ ਮੈਂ ਰਿਟ ਪਾਈ, ਕੇਸ ਪਾਇਆ, ਹੁਣ ਕਟਹਿਰੇ 'ਚ ਮੈਨੂੰ ਵੀ ਖੜਨਾ ਪੈਣਾ ਸੀ, ਸ਼ਰੀਕਾ ਵੀ ਖੜਿਆ। ਮੇਰਾ ਮਨ ਬੇਈਮਾਨ ਹੋ ਗਿਆ। ਮੰਗਣ ਗਿਆ ਸੀ ਹਿੱਸਾ, ਮੈਂ ਬਦਲ ਗਿਆ। ਧਿਆਨ ਦੇਣਾ ਜੀ, ਇਹ ਗੱਲ ਬਹੁਤ ਡੂੰਘੀ, ਜਿੰਨੀ ਛੋਟੀ ਹੈ ਉਨੀ ਖਤਰਨਾਕ ਹੈ। ਕਿਹੋ ਜਿਹੇ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ, ਕਿਹੋ ਜਿਹੇ। ਜਿਸ ਵੇਲੇ ਕਚਹਿਰੀ ਵਿੱਚ ਆਖਿਆ ਤੂੰ ਆਪਣੇ ਇਸ਼ਟ ਦੀ ਸਹੁੰ ਖਾ, ਸਾਰੀ ਖਾਂਦੇ ਨੇ, ਹੱਥ ਰੱਖ ਕੇ ਕਹਿ ਦਿੰਦੇ ਨੇ ਸੱਚ ਕੇ ਇਲਾਵਾ ਕੁਝ ਨਹੀਂ ਕਹੂੰਗਾ, ਜੋ ਕਹੂੰਗਾ ਸੱਚ ਕਹੂੰਗਾ। ਕਹਿੰਦੇ ਨੇ ਨਾ ਸਾਰੇ। ਕਹਿੰਦੇ ਮੈਂ ਕਿਹਾ ਜੀ ਮੈਂ ਸੱਚ ਕਹਿਣਾ, ਅੱਧਾ ਹਿੱਸਾ ਮੇਰਾ, ਪਰ ਇਹਨਾਂ ਮੇਰੀ ਸਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ, ਸਾਰੇ ਝੂਠੇ ਤੇ ਮੈਂ ਸੱਚਾ। ਆਖੋ ਸਤਨਾਮ। ਕਾਜੀ ਕਹਿੰਦਾ ਕਸਮ ਖਾ। ਕਹਿੰਦਾ ਜੀ ਆਪਾਂ ਖਾ ਲਈ। ਵੀ ਸਹੁੰ ਖਾਂਦਿਆਂ ਕੌਣ ਦੇਖਦਾ ਹੈ? ਜ਼ਮੀਨ ਹੁਣ ਸਾਰੀ ਮਿਲਦੀ ਹੈ, ਪਿੰਡ ਵਿੱਚ ਝੰਡੀ ਹੋ, ਲੋਕੀ ਕਹਿੰਦੇ ਨੂੰ ਹਿੱਸਾ ਕੋਈ ਨਹੀਂ, ਮੈਂ ਕਹਿਣਾ ਮੈਂ ਸਾਰੀ ਤੇ ਕਬਜ਼ਾ ਕਰ ਲਿਆ। ਜ਼ਿੰਦਗੀ 'ਚ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦੇ, ਕਿਸੇ ਦਾ ਦਿਲ ਦਿਖਾਉਂਦੇ ਨੇ, ਤੇ ਉਹਨਾਂ ਲੋਕਾਂ ਦੀ ਗੱਲ ਹੈ। ਫਿਰ ਹੋਇਆ ਕਿ ਕੱਲ ਤੱਕ ਮੈਨੂੰ ਮਿਲਦਾ ਕੁਝ ਨਹੀਂ ਸੀ, ਹਿੱਸੇ ਤੋਂ ਵੱਧ ਹਿੱਸਾ ਮੈਨੂੰ ਮਿਲ ਗਿਆ ਕੇਸ ਪਾ ਕੇ। ਇਸ ਕਰਕੇ ਦਾਸ ਤੇ ਕਈਆਂ ਨੂੰ ਬੇਨਤੀ ਕਰਦਾ ਹੁੰਦਾ, ਗ੍ਰੰਥੀ ਸਿੰਘਾਂ ਨੂੰ ਵੀ ਭਾਈ ਗੁਰਮੁਖੋ 100-500 ਦੇ ਚੱਕਰ 'ਚ ਅਰਦਾਸ ਨਾ ਕਿਸੇ ਦੀ ਕਰਿਆ ਕਰੋ। ਕੇਸ ਕੂਸ ਸਾਡੀ ਕੋਈ ਪਤਾ ਨਹੀਂ, ਕੋਈ ਕਿਸੇ ਗਰੀਬ ਦੇ ਨਾਲ ਧੋਖਾ ਕਰਦਾ ਤੇ ਅਰਦਾਸ ਤੇ ਤੋਂ ਕਰਾਈ, ਤੂੰ ਅਰਦਾਸ ਕਰਤੀ, ਜੇ ਸੁਣੀ ਗਈ ਬਸ ਫਿਰ ਧਰਮਰਾਜ ਨੇ ਜਾਮਨ ਨੂੰ ਵੱਧ ਘੜੀਸਣਾ ਹੁੰਦਾ। ਆਖੋ ਸਤਨਾਮ। ਵੀ ਗਵਾਹੀ ਭਰਨ ਵਾਲਿਆ ਤੂੰ ਆ ਜਾ ਪਹਿਲਾਂ, ਤੂੰ ਗਰੀਬ ਮਾਰ ਕਰਵਾਈ। ਸਾਡੀ ਅਰਦਾਸ ਵੀ ਕਈ ਵਾਰ ਪਾਪ ਕਰ ਜਾਂਦੀ ਹੈ। ਇਸ ਕਰਕੇ ਮਹਾਂਪੁਰਖ ਕਹਿੰਦੇ ਆਪਣੀ ਅਰਦਾਸ ਆਪ ਕਰ ਲਿਆ ਕਰੋ। ਆਪ ਕਿਉਂ? ਜੇ ਮਾੜਾ ਕੰਮ ਕਰਨ ਲੱਗੇ ਹੋ, ਕਿਸੇ ਨੂੰ ਪਾਪਾਂ ਦਾ ਭਾਗੀਦਾਰ ਕਿਉਂ ਬਣਾ ਰਹੇ ਹੋ? ਕੀਤਾ ਤੁਸੀਂ ਹੈ।
500 ਚ ਦੂਜਾ ਲਪੇਟ ਲਿਆ ਨਾਲ। ਕਹਿੰਦੇ ਜੀ ਮੈਂ ਆਪਣਾ ਹਿੱਸਾ ਤੇ ਲੈ ਹੀ ਲਿਆ, ਆਪਣੇ ਤੋਂ ਵੱਧ ਲੈ ਲਿਆ। ਹੁਣ ਅਦਾਲਤਾਂ ਕਚਹਿਰੀਆਂ ਜਦੋਂ ਕੋਈ ਕਸਮ ਖਾਵੇ ਇਤਬਾਰ ਕਰ ਲੈਂਦੀਆਂ ਵੀ ਠੀਕ ਹੈ ਬੰਦਾ ਸੱਚਾ, ਪਰ ਸੋਚਣ ਵਾਲੀ ਗੱਲ ਹੈ। ਦੋ ਧੜੇ ਕਚਹਿਰੀਆਂ ਦੇ ਵਿੱਚ ਖੜੇ ਨੇ, ਜੱਜ ਇੱਕ ਹੈ, ਸੱਜੇ ਵਾਲਾ ਵੀ ਕਹਿੰਦਾ ਸੱਚ ਬੋਲਦਾ, ਖੱਬੇ ਵਾਲਾ ਵੀ, ਮਤਲਬ ਹੁਣ ਮਾਮਲਾ ਦੋਨੇ ਪਾਸੇ ਗੜਬੜ। ਕਿਹਦਾ ਵਿਸ਼ਵਾਸ ਕਰੀਏ? ਦੋਨੇ ਹੀ ਸੱਚੇ ਨੇ, ਪਰ ਕਈ ਵਾਰ ਹੁੰਦੇ ਸੱਚੇ ਦੋਨੇ ਨੇ, ਵਕਤ ਨੇ ਸਾਥ ਨਹੀਂ ਦਿੱਤਾ ਹੁੰਦਾ, ਭੁਲੇਖਾ ਹੀ ਪਿਆ ਹੁੰਦਾ ਵਿੱਚ। ਕਹਿੰਦੇ ਮਹਾਰਾਜ ਮੈਂ ਝੂਠ ਬੋਲ ਕੇ ਅੱਧਾ ਹਿੱਸਾ ਲੈ ਲਿਆ, ਮੈਂ ਖੁਸ਼ ਬੜਾ ਹੋਇਆ। ਝਗੜਾ ਲਿਓ ਜੀਤ ਮੈਂ ਸਾਰੋ, ਲੱਗੇ ਪਾਪ ਨਹਿਰੀ ਦਾ ਵਿਚਾਰੋ। ਕਹਿੰਦੇ ਮੈਂ ਜਦੋਂ ਝਗੜਾ ਜਿੱਤਿਆ, ਕੇਸ ਜਿੱਤ ਲਿਆ, ਢੋਲ ਵਜਾਏ ਖੁਸ਼ੀ ਦੇ। ਜਿਨ੍ਹਾਂ ਦਾ ਹੱਕ ਖੋਇਆ ਸੀ ਉਹ ਖੁਸ਼ ਨਾ ਹੋਏ, ਜਿਨ੍ਹਾਂ ਦਾ ਖੋਇਆ ਸੀ ਉਹ ਥੋੜਾ ਖੁਸ਼ ਹੁੰਦੇ। ਕੋਈ ਬੰਦਾ ਕੇਸ ਜਿੱਤ ਕੇ ਆਉਂਦਾ, ਦੂਜੇ ਘਰ ਰੋਟੀ ਨਹੀਂ ਪੱਕਦੀ, ਢੋਲ ਵਜਾਉਂਦਾ ਫਿਰਦਾ ਮੈਂ ਜਿੱਤ ਗਿਆ। ਇਹ ਪਾਪ ਨਹੀਂ ਬਹੁਤ ਵੱਡੇ। ਇਸੇ ਕਰਕੇ ਜੱਜ ਕਦੇ ਆਪਣੇ ਸਿਰ ਤੇ ਗੱਲ ਨਹੀਂ ਲੈਂਦੇ, ਉਹ ਧਰਮ ਨੂੰ ਘੜੀਸ ਲੈਂਦੇ ਵਿੱਚ। ਤੂੰ ਦੱਸ, ਤੂੰ ਬੋਲ। ਜੇ ਕਿਤੇ ਸਾਥੋਂ ਮਾੜਾ ਕੰਮ ਹੋ ਗਿਆ ਸੀ ਨਾ ਕਚਹਿਰੀ 'ਚ ਰੱਬ ਕੋਲ ਫਸ ਜਾਈਏ, ਇੱਥੇ ਤੇ ਛੁੱਟ ਜਾਵਾਂਗੇ। ਕਹਿੰਦੇ ਬੰਦਾ ਆਪਣੇ ਸਿਰ ਪਾਪ ਚੜਾ ਲੈਂਦਾ ਆਪਣੇ ਧਰਮ ਦੀ ਕਸਮ ਖਾ ਕੇ। ਇਸ ਕਰਕੇ ਜ਼ਿੰਦਗੀ ਵਿੱਚ ਸੱਚੀ ਤੇ ਝੂਠੀ ਕਸਮ ਕਦੇ ਨਾ ਖਾਓ, ਕਿੱਥੇ ਤੱਕ ਲੈ ਜਾਂਦੀ ਹੈ। ਕਹਿੰਦੇ ਮੈਂ ਕਸਮ ਖਾਧੀ, ਇੱਕ ਸਹੁੰ ਦੇ ਯਕੀਨ ਨਾਲ ਕਾਜੀ ਨੇ ਫਤਵਾ ਉਹਨਾਂ ਨੂੰ ਲਾਤਾ, ਮੇਰੇ ਹੱਕ 'ਚ ਕੇਸ ਕਰਤਾ, ਮੈਂ ਕੇਸ ਜਿੱਤਿਆ। ਕਹਿੰਦੇ ਜਿੱਤਣ ਦੀ ਖੁਸ਼ੀ ਵਿੱਚ ਮੈਂ ਬੜੇ ਮਾੜੇ ਕਰਮ ਕੀਤੇ, ਬੜਾ ਜਸ਼ਨ ਮਨਾਇਆ। ਤੀਸੀ ਦੋਸ਼ ਤੇ ਆਸ ਮੈਂ ਪਇਓ, ਜਿਸ ਜੂਨੀ ਮੈਂ ਬਹੁਤ ਦੁੱਖ ਥਇਓ। ਕਹਿੰਦੇ ਉਹਨਾਂ ਨੇ ਤੇ ਜ਼ਮੀਨ ਮੈਨੂੰ ਦੇਤੀ, ਮੇਰੇ ਮਨ 'ਚ ਮਾਣ ਆ ਗਿਆ ਨਾ, ਮੈਂ ਜ਼ਮੀਨ ਦੀ ਮਾਲਕ ਆ, ਮਾਲਕੀਅਤ ਮੇਰੇ ਕੋਲ, ਮੈਂ ਮਾਲਕ ਆ। ਕਹਿੰਦੇ ਬਸ ਉਹ 2 ਮਿੰਟ ਦਾ ਕੀਤਾ ਹੋਇਆ ਮਾਣ ਹੁਣ ਤੱਕ ਘੜੀਸੀ ਫਿਰਦਾ। ਤੇ ਧਿਆਨ ਦਈਏ, ਸਾਡੀ ਤੇ ਜ਼ੁਬਾਨ ਤੇ ਹਰ ਵੇਲੇ ਮੈਂ ਰਹਿੰਦੀ। ਆਖੋ ਸਤਿਨਾਮ। ਸੋਚੀਦਾ ਰੱਬਾ ਸਾਨੂੰ ਕਿੰਨੇ ਕੁ ਜਨਮ ਮਿਲਣਗੇ, ਕਿੱਦਾਂ ਦੇ ਹਾਲਾਤ ਹੋਣਗੇ। ਕਹਿੰਦੇ ਪਾਤਸ਼ਾਹ ਦੁਨੀਆ ਤੋਂ ਤੇ ਮੈਂ ਸੁਰਖਰੂ ਹੋ ਗਿਆ, ਕੇਸ ਜਿੱਤ ਲਿਆ, ਇਮਾਨਦਾਰ ਬਣ ਗਿਆ ਜ਼ਮਾਨੇ ਦੀ ਨਜ਼ਰ ਵਿੱਚ, ਆਪਣਿਆਂ ਦਾ ਦਿਲ ਦੁਖਾਤਾ, ਪਿੱਛੇ ਕਰਕੇ ਧੋਖਾ ਕੀਤਾ ਨਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ, ਮੁਰਦਾਰ ਨਾ ਖਾਏ। ਮੁਰਦਾ ਕੀ ਹੈ? ਝੂਠ ਬੋਲਣਾ, ਮੁਰਦਾਰ ਖਾਣਾ। ਝੂਠ ਬੋਲ ਕੇ ਕਿਸੇ ਦਾ ਹੱਕ ਦੱਬ ਲੈਣਾ, ਭਾਵੇਂ ਕੋਰਟ ਕਚਹਿਰੀ ਜਾ ਕੇ, ਇੱਕ ਪਾਪ ਹੈ ਬਹੁਤ ਵੱਡਾ। ਅੱਜ ਦੇ ਸਮੇਂ 'ਚ ਟ੍ਰੈਂਡ ਬਣਿਆ ਹੋਇਆ ਹੈ। ਜ਼ਮੀਨ ਹੈ ਵੇਚ ਦਿੱਤੀ ਹੈ, ਕੇਸ ਕਰ ਦੋ ਫਿਰ ਪੈਸੇ ਲੈ ਲਓ, ਇਹ ਮਹਾ ਪਾਪ ਹੈ। ਕਹਿੰਦੇ ਦੁਨੀਆ 'ਚ ਤੇ ਮੇਰਾ ਕਿਸੇ ਨੇ ਕੁਝ ਵਿਗਾੜਿਆ ਨਾ, ਮੈਂ ਪਹੁੰਚ ਗਿਆ ਧਰਮਰਾਜ ਦੀ ਕਚਹਿਰੀ 'ਚ। ਜਿਸ ਵੇਲੇ ਪਹੁੰਚਿਆ ਦਾਤਾ ਕੁੱਟਮਾਰ ਹੋਈ, ਬੜੇ ਤਸੀਹੇ ਦਿੱਤੇ ਗਏ। ਸਾਰੀ ਜ਼ਿੰਦਗੀ ਚੰਗੇ ਕੰਮ ਕੀਤੇ ਸੀ, ਇੱਕ ਫਾਈਲ ਤੇ ਆ ਕੇ ਕੰਮ ਖਰਾਬ ਹੋ ਗਿਆ। ਧਰਮਰਾਜ ਕਹਿੰਦਾ ਇਹ ਤੇ ਪਾਪੀ ਹੈ, ਇਹੋ ਜਿਹੇ ਪੁਰਸ਼ਾਂ ਨੂੰ ਦੁਬਾਰਾ ਮਨੁੱਖਾ ਜਨਮ ਨਹੀਂ ਦਿੱਤਾ ਜਾ ਸਕਦਾ। ਕੋਈ ਇਸ ਪਾਪੀ ਨੂੰ ਪ੍ਰੇਤ ਦੀ ਜੂਨ ਵਿੱਚ ਪਾਓ, ਹੁਣ ਆਪਣੀ ਜ਼ਮੀਨ ਤੇ ਘੁੰਮਦਾ ਫਿਰੇ। ਆਖੋ ਸਤਨਾਮ। ਮਹਾਰਾਜ ਉਸ ਜ਼ਮੀਨ ਦੇ ਹਿੱਸੇ ਚੋਂ ਵੇਚ ਕੇ ਮੇਰੇ ਪਰਿਵਾਰ ਵਾਲਿਆਂ ਹਵੇਲੀ ਖਰੀਦ ਲਈ, ਤੇ ਮੈਂ ਦਾਬੇ ਮਾਰ ਕੇ ਹਵੇਲੀ ਖੋਲੀ। ਆਪਣੀਆਂ ਇਹਦੇ ਪਿੱਛੇ ਮਰਿਆ। ਮਰਦ ਕਹਿੰਦੇ ਨਾ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਬਲ ਬਲ ਆਉਂਦਾ। ਜੇ ਅੰਤ ਵੇਲੇ ਮੰਦਰਾਂ ਦੀ, ਮਕਾਨਾਂ ਦੀ, ਜ਼ਮੀਨਾਂ ਵੱਲ, ਧਨ ਦੌਲਤ, ਬੱਚਿਆਂ ਵੱਲ ਸੁਰਤ ਚਲੇਗੀ, ਫਿਰ ਸੂਰ ਬਣ ਜਾਏਗਾ। ਜੇ ਜ਼ਮੀਨਾਂ ਵੱਲ ਗਈ ਤੇ ਪ੍ਰੇਤ ਬਣ ਜਾਏਗਾ। ਮਰ ਜਾ ਕਰਮ ਕੀਤਾ ਮੈਂ, ਹੁਣ ਤੱਕ ਸੰਤਾਪ ਕਿੰਨੇ ਜਨਮ ਹੋ ਗਏ, ਸਮਝੋ ਕਿੰਨੇ ਯੁੱਗ ਹੋ ਗਏ ਨੇ, ਭੁੱਖਾ ਪਿਆਸਾ ਫਿਰਦਾ ਹਾਂ। ਆਪ ਕਰੋ ਕਰਨਾ ਜੇ ਮੋਹੇ, ਦੇਹੋ ਛੁਡਾਏ ਮਹਾ ਸੁਖ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਬੜੇ ਵਿਰਾਗ ਵਿੱਚ ਆਏ, ਕਹਿੰਦੇ ਹੁਣ ਤੂੰ ਦੱਸ ਕੀ ਚਾਹੁੰਦਾ ਹੈ, ਕੀ ਬਖਸ਼ ਦਈਏ ਤੈਨੂੰ। ਹੱਥ ਜੋੜ ਕੇ ਰੋ ਪਿਆ, ਕਹਿੰਦਾ ਮਹਾਰਾਜ ਇਸ ਪਿੰਜਰ ਤੋਂ ਖਹਿੜਾ ਛੁਡਾ ਦਿਓ। ਆਖੋ ਸਤਨਾਮ। ਜੇ ਖਾ ਕੇ ਵੀ ਕਿਤੇ ਖਾਵਾਂ ਨਾ ਕੁਝ, ਮਨਾ ਮੂੰਹੀ ਭੁੱਖ ਹੈ ਰਜਦਾ ਹੀ। ਹੁਣ ਸਭ ਤੋਂ ਵੱਡਾ ਤੇ ਦੁੱਖ ਭੁੱਖ ਦਾ ਹੈ। ਤੇ ਪੰਡਤ ਲੋਕ ਕਹਿੰਦੇ ਤੁਹਾਡੇ ਘਰੇ ਪ੍ਰੇਤ ਹੈ ਜੀ, ਸਾਨੂੰ ਰੋਟੀ ਖਵਾ ਦਿਓ, ਖਾਣਾ ਭੇਜ ਦਿਆਂਗੇ। ਇਹ ਹੋ ਸਕਦਾ ਜੀ ਕਦੇ? ਤੁਹਾਡੀਆਂ ਰੋਟੀਆਂ ਤੇ ਪ੍ਰੇਤ, ਜਿਨ੍ਹਾਂ ਨੂੰ ਪਿੱਤਰ ਕਹਿੰਦੇ ਨੇ, ਪਿੱਤਰ ਕਿਹਨਾਂ ਨੂੰ ਕਿਹਾ ਜਾਂਦਾ? ਵੱਡ ਵਡੇਰੇ ਮਰ ਕੇ ਪ੍ਰੇਤ ਬਣ ਗਏ। ਉਹ ਜਿਨ੍ਹਾਂ ਦਾ ਇਹ ਅਨਾਜ ਹੀ ਨਹੀਂ, ਜਿਨ੍ਹਾਂ ਦਾ ਖਾਣਾ ਨਹੀਂ, ਕਿਵੇਂ ਖਾ ਲੈਣਗੇ ਉਹ? ਸ਼ੇਰ ਅੱਗੇ ਘਾਹ ਪਾ ਦੂ ਖਾ ਲੂਗਾ?
ਰੋਟੀ ਖਾਣ ਵਾਲਾ ਸਰੀਰ ਹੀ ਖਤਮ ਹੋ ਗਿਆ, ਰੋਟੀ ਪਚਾਉਣ ਵਾਲੀ ਬਾਡੀ ਕੋਈ ਨਹੀਂ ਕੋਲੇ, ਸਥੂਲ ਸਰੀਰ ਨਹੀਂ। ਤੇ ਪੰਡਤ ਦਾ ਖਾਦਾ ਪੰਡਤ ਨਹੀਂ ਹਜਮ ਕਰਨਾ ਹੈ। ਪੈਸੇ ਲੈ ਗਿਆ, ਸਾਰਾ ਕੁਝ ਲੈ ਗਿਆ ਲੁੱਟ ਕੇ, ਤੁਹਾਡਾ ਖਾਦਾ ਉਹਨਾਂ ਕੋਲ ਕਿੱਦਾਂ ਪਹੁੰਚੇਗਾ? ਜਿਨ੍ਹਾਂ ਦਾ ਸੂਈ ਦੇ ਨੱਕੇ ਜਿੰਨਾ ਮੂੰਹ ਤੇ ਮਣਾ ਮੋਹੀ ਭੁੱਖ, ਇਹ ਖਾਣਾ ਉਹ ਖਾ ਹੀ ਨਹੀਂ ਸਕਦੇ। ਹੱਥ ਲਾਉਂਦੇ ਤੇ ਗੰਦਗੀ ਬਣ ਜਾਂਦਾ ਹੈ। ਇਹ ਜੂਨ ਹੈ ਇੱਕ। ਮਹਾਰਾਜ ਇਸ ਸਰੀਰ ਦੇ ਪਾਸੋਂ ਮੇਰਾ ਖਹਿੜਾ ਛੁਡਾ ਦਿਓ, ਬੜੇ ਦੁੱਖ ਝੱਲ ਲਏ ਨੇ। ਸੁਨ ਸ਼੍ਰੀ ਮੁਖ ਤੇ ਬਾਕ ਬਖਾਨੇ, ਪਰੇ ਚੁਬਾਕ ਚੂਪ ਹਿਤ ਠਾਨੇ। ਹੁਣ ਇੱਕ ਗੱਲ ਯਾਦ ਆ ਗਈ, ਇਹਨੂੰ ਕਹਿੰਦਾ ਸਤਿਗੁਰ ਜੀ, ਹੁਣ ਤੁਸੀਂ ਵੀ ਸੋਚਿਆ ਹੋਣਾ ਵੀ ਜੇ ਸਾਰੀ ਜ਼ਿੰਦਗੀ ਚੰਗੇ ਕੰਮ ਕਰਦਾ ਰਿਹਾ, ਇੱਕ ਕੰਮ ਮਾੜਾ ਕਰ ਲਿਆ, ਪ੍ਰੀਤ ਬਣ ਗਿਆ, ਚੰਗੇ ਕਿੱਥੇ ਗਏ? ਇਹ ਚੰਗਿਆਂ ਕਰਮਾਂ ਦਾ ਹੀ ਨਤੀਜਾ ਜਿਹੜਾ ਗੁਰੂ ਕੋਲ ਬੈਠਾ ਸਤਿਨਾਮ। ਚੰਗੇ ਕਰਮ ਵੀ ਕੰਮ ਆਉਂਦੇ। ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਹੋਏਗਾ ਤੇ ਜਿਉਂਦੇ ਜੀ ਉਹ ਕੰਮ ਤਾਰ ਦੇਗਾ। ਜੀਵਨ ਵਿੱਚ ਕਿਸੇ ਦਾ ਬੁਰਾ ਕੰਮ ਕੀਤਾ ਹੋਏਗਾ, ਜੀਵਨ ਵਿੱਚ ਆ ਕੇ ਅੜ ਜਾਏਗਾ, ਉੱਥੇ ਨੁਕਸਾਨ ਹੋ ਜਾਏਗਾ। ਜਦੋਂ ਸੱਟ ਫੇਟ ਵੱਜਦੀ, ਕਿਸੇ ਦਾ ਨੁਕਸਾਨ ਕਰਦੇ ਆ, ਕੁਝ ਹੁੰਦਾ ਹੈ, ਸੋਚਿਆ ਨਾ ਕਰੋ ਅਸੀਂ ਪਤਾ ਨਹੀਂ ਕਿੰਨਿਆਂ ਦਾ ਕੀਤਾ ਹੋਣਾ, ਕੀ ਕਿਸੇ ਨਾਲ ਕੀਤਾ ਹੋਣਾ। ਜੇ ਸਾਡੇ ਨਾਲ ਮਾੜਾ ਮੋਟਾ ਹੋ ਗਿਆ ਫਿਰ ਕੀ ਹੋਇਆ? ਅਸੀਂ ਫਿਰ ਵੀ ਦੋਸ਼ ਰੱਬ ਨੂੰ ਦਿੰਦੇ ਆ। ਇਹ ਨਹੀਂ ਕਹਿੰਦੇ ਸ਼ੁਕਰ ਹੈ ਰੱਬ ਨੇ ਬਚਾ ਲਿਆ, ਕਿਹੜਾ ਕਰਮ ਕੱਟਿਆ ਗਿਆ। ਨਹੀਂ, ਰੱਬ ਮਾੜਾ ਕਰਦਾ ਸਾਡਾ, ਅਸੀਂ ਗੁਰਦੁਆਰੇ ਵੀ ਜਾਂਦੇ ਆ। ਉਹ ਗੁਰਮੁਖਾ ਜਿਹੋ ਜੇ ਕਰਮ ਕਰਦਾ, ਜੇ ਗੁਰਦੁਆਰੇ ਆਉਣਾ ਬਚਿਆ ਵੀ ਤਾਂ ਹੀ ਫਿਰਦਾ ਸਤਿਨਾਮ। ਜੇ ਗੁਰੂ ਕੋਲ ਬਹਿਣਾ ਆ ਕੇ ਗੁਰੂ ਦੀ ਸੁਣਦਾ ਤੇ ਬਚਾ ਵੀ ਤਾਂ ਹੋਇਆ, ਨਹੀਂ ਤੇ ਤੈਨੂੰ ਤੇਰੇ ਕਰਮਾਂ ਨੇ ਮਾਰ ਦੇਣਾ ਸੀ। ਕਿਸੇ ਨੇ ਤੈਨੂੰ ਕੀ ਮਾਰਨਾ? ਮਾਰ ਤੈਨੂੰ ਤੇਰੇ ਕਰਮਾਂ ਨੇ ਦੇਣਾ। ਗੁਰੂ ਸਾਹਿਬ ਨੂੰ ਬਹੁਤ ਤਰਸ ਆਇਆ, ਬੜੇ ਦਇਆ ਦੇ ਘਰ ਚ ਸਤਿਗੁਰ ਆਏ, ਕਹਿੰਦੇ ਏਦਾਂ ਕਰ, ਛਿਲਕਾ ਚੁੱਕ ਲੈ। ਚੁੱਕ ਲਿਆ। ਕਹਿੰਦਾ ਮਹਾਰਾਜ ਇਹ ਗੰਦਗੀ ਬਣ ਜਾਏਗਾ। ਮਹਾਰਾਜ ਕਹਿੰਦੇ ਹੁਣ ਨਹੀਂ ਬਣਦਾ, ਚੁੱਕ ਇਹਨੂੰ ਮੁੱਖ ਵਿੱਚ ਪਾ ਲੈ। ਸੇਵ ਕਰੀ ਤਾਂ ਕੋ ਫਲ ਲੀਜੈ, ਕੋਰ ਜੂਨ ਤੇ ਛਟਬੋ ਕੀਜੈ। ਤੂੰ ਸਾਡੀ ਸੇਵਾ ਕੀਤੀ, ਅਸੀਂ ਤੇਰੇ ਤੇ ਖੁਸ਼ ਆ, ਪ੍ਰਸੰਨਾ। ਮੁੱਖ ਵਿੱਚ ਪਾ, ਵੇਖ ਤੇਰੀ ਅੱਜ ਘੋਰ ਤੇ ਭਿਆਨਕ ਜੂਨ ਕੱਟੀਏ। ਗੁਰੂ ਬਚਨ ਮੰਨਿਆ, ਚਰਨਾਂ ਤੇ ਸੀਸ ਰੱਖਿਆ, ਉਸ ਪ੍ਰੇਤ ਆਤਮਾ ਨੇ ਗੰਨੇ ਦਾ ਛਿਲਕਾ ਮੁੱਖ ਵਿੱਚ ਪਾ ਲਿਆ। ਸੁਨਤ ਚੁਪਾਕ ਚੂਪ ਤਿਨ ਲੀਨੇ, ਨਾਨਾ ਬਿਦਨ ਸਵਾਦ ਰਸ ਕੀਨੇ। ਇਹ ਦੋ ਚਾਰ ਛਿਲਕੇ ਚੁੱਕੇ, ਰਸ ਬੜਾ ਆਇਆ, ਜਿਵੇਂ ਰਸ ਦੇ ਭਰੇ। ਕਹਿੰਦਾ ਮਰਦ ਬੜਾ ਆਨੰਦ ਆ ਗਿਆ, ਦੁੱਖ ਲੱਗਦਾ ਹੀ ਕੋਈ ਨਹੀਂ। ਸਤਿਗੁਰ ਕਹਿੰਦੇ ਹੋਰ ਛਕ ਲੈ। 5-7 ਛਿਲਕੇ ਚੁੱਕੇ ਹੋਰ ਛਕ ਲਏ, ਕਿਉਂਕਿ ਉਹ ਮਰਦ ਦੇ ਮੁਖ ਚੋਂ ਆਏ ਸੀ, ਸੀਤ ਪ੍ਰਸ਼ਾਦ ਸੀ। ਕਹਿੰਦੇ ਹੌਲੀ ਹੌਲੀ ਸਰੀਰ 'ਚ ਦਰਦ ਹੋਣਾ ਸ਼ੁਰੂ ਹੋ ਗਿਆ, ਇੱਕਦਮ ਉਹ ਤੜਫਣ ਲੱਗ ਪਿਆ। ਤਤ ਛਿਨਕੈ ਤਜ ਕੈ ਸਕਲ ਬੇਖਾਦ, ਉਤਮ ਗਤ ਪ੍ਰਾਪਤ ਅਹਿਲਾਦ। ਜਦੋਂ ਸਤਿਗੁਰਾਂ ਨੇ ਨਜ਼ਰ ਭਰ ਕੇ ਵੇਖਿਆ, ਤੜਫਦਾ ਧਰਤੀ ਤੇ ਡਿੱਗਿਆ, ਧਰਤੀ ਵਿੱਚ ਹੀ ਸਮਾ ਗਿਆ। ਆਖੋ ਸਤਨਾਮ। ਸਮਾਇਆ ਕਾਹਦਾ? ਮਰਦ ਨੇ ਜੂਨ ਤੋਂ ਛਡਾ ਕੇ ਜੀਵਨ ਮੁਕਤ ਕਰ ਦਿੱਤਾ। ਆਖੋ ਸਤਨਾਮ। ਜੀਵਨ ਮੁਕਤ, ਉਧਾਰ ਕਰ ਦਿੱਤਾ। ਇਹਨੂੰ ਕਿਹਾ ਜਾਂਦਾ, ਬਾਣੀ ਕਹਿੰਦੀ ਪ੍ਰਿਤ ਹੋ ਕੀਤੇ ਦੇਵਤੇ ਤਿਲ ਕਰਨੇ ਹਾਰੇ। ਰੱਬ ਚਾਹੇ ਨਾ ਪ੍ਰੇਤਾਂ ਨੂੰ ਦੇਵਤੇ ਬਣਾ ਦਿੰਦਾ ਏ। ਬਹੁਰ ਸਤਿਗੁਰੂ ਸੁਖ ਕੋ ਪਾਏ, ਸੈਨ ਕਰੀ ਜੁਗ ਨੈਣ ਮਿਲਾਏ। ਅੰਮ੍ਰਿਤ ਵੇਲੇ 2 ਵਜੇ ਦਾ ਸਮਾਂ, ਪ੍ਰੇਤ ਆਤਮਾ ਦਾ ਉਧਾਰ ਸਤਿਗੁਰਾਂ ਨੇ ਕਰ ਦਿੱਤਾ। ਉਤੇ ਮੁਕਤ ਹੋ ਗਿਆ, ਅਸਮਾਨ ਉੱਠ ਗਿਆ। ਹੁਣ ਸਤਿਗੁਰ ਜੀ 2 ਵਜੇ ਆਰਾਮ ਕਰਨ ਵਾਸਤੇ ਬੈੱਡ ਤੇ ਪੈ ਗਏ। ਉਧਰ ਬਾਹਰ ਗੱਲਾਂ ਹੋ ਰਹੀਆਂ, ਬੜੀ ਦੂਰ ਖੜੇ। ਕਹਿੰਦੇ ਗੁਰੂ ਤਾਂ ਨਹੀਂ ਬਚਿਆ ਹੋਣਾ, ਮਾਰ ਮਕਾਇਆ ਹੋਣਾ। ਅੱਧੀ ਰਾਤ ਦਾ ਸਮਾਂ ਹੋ ਗਿਆ, ਜੇ ਗੁਰੂ ਤੇ ਵਾਰ ਹੁੰਦਾ ਤੇ ਗੁਰੂ ਆਵਾਜ਼ਾਂ ਮਾਰਦਾ। ਅਜੇ ਤੱਕ ਇਹ ਆਵਾਜ਼ ਆਈ ਕੋਈ ਨਹੀਂ। ਨਿੰਦਨ ਧਰਮ ਰੱਖਵੇ ਕਾਰਨ, ਭਏ ਪ੍ਰਬ੍ਰਿਤ ਕਰਨ ਕਿਰਤਦਾਰ। ਮੇਰੇ ਸਤਿਗੁਰ ਆਏ ਨੇ ਦੁਨੀਆ ਦੇ ਧਰਮ ਦੀ ਰੱਖਿਆ ਕਰਨ ਵਾਸਤੇ। ਇਹ ਤੇ ਆਪ ਪਰਮਾਤਮਾ ਨੇ ਬੜੀ ਦੇਵੀ ਦੇਵਤਿਆਂ ਨੂੰ ਧਰਤੀ ਤੇ ਭੇਜਿਆ, ਸਭ ਨੇ ਵਾਹ ਲਾ ਲਈ। ਕਿਸੇ ਤੋਂ ਸ੍ਰਿਸ਼ਟੀ ਵਸ ਨਹੀਂ ਆਈ। ਜਦੋਂ ਵਸ ਨਾ ਨੌਕਰਾਂ ਤੋਂ ਸ੍ਰਿਸ਼ਟੀ ਆਈ, ਫਿਰ ਮਾਲਕ ਨੂੰ ਆਪ ਆਉਣਾ ਪਿਆ। ਸਤਨਾਮ। ਕਈ ਲੋਕ ਸਵਾਲ ਕਰਦੇ, ਜੀ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਕਿੱਥੇ ਸੀ? ਸਤਜੁਗ ਦੁਆਪਰ ਤ੍ਰੇਤੇ 'ਚ ਨਹੀਂ ਆਏ। ਸਤਜੁਗ ਵਿੱਚ ਲਿਖਿਆ ਹੋਇਆ, ਭਵਿੱਖਤ ਕੁਰਾਨ ਪੜ੍ਹ ਕੇ ਤੇ ਵੇਖੋ। ਕੁਰਾਨ ਸ਼ਰੀਫ ਪੜ੍ਹੋ ਤੇ ਸਹੀ, ਕੌਣ ਨੇ ਗੁਰੂ ਨਾਨਕ? ਸਾਰੇ ਧਰਮਾਂ ਨੇ ਗਵਾਹੀਆਂ ਭਰੀਆਂ। ਕਲਯੁਗ ਵਿੱਚ ਗੁਰੂ ਨਾਨਕ ਪਾਤਸ਼ਾਹ ਆਪ ਪਰਮੇਸ਼ਰ ਆਉਣਗੇ ਤੇ ਆਏ ਵੀ।
दुनिया का भला करने वास्ते मेरे सतगुर आए ने। सो गुरमुखो अज प्रेत का उधार ते कर दिता, हुण समय के हालात की होणगे। इस हवेली तो सवेर होना है, सूरज चढ़ना है, बाहर खबर की होएगी, अंदर की होना है, आने वाले दिनों च सरवण करांगे। क्योंकि अज ईसाई मत के अनुसार 2016 आखिरी दिन है साल का, कि जी आखिरी दिन है, अगली कथा अगले साल सुनांगे। आखो सतनाम गलती दीवाना अगले साल। सो सारिया संगतां नूं बेनती है, सतगुरां दी किरपा सदका ये साल सुखां भरिया बतीत होया। दिन कोई माड़ा नहीं हुंदा, छोटे मोटे खट्टे मिठे दुख आउंदे रहिंदे सारे, कोई वड्डी गल नहीं। गुरु साहिब दी किरपा होई, अज दी रात अपने अपने गुरु घर जाके सफलियां करियो, मौलां च ना घुमियो, जीवन सफला। दिन ते सारे चंगे ने, महा दिवस मूरत भले, जिस कौ नदर करे, नानक मंगे दरसदान, कृपा करो हरे। दाता जी ये सारा साल 2016 का तुहाडी रजा विच सत्संग करदे आ, चंगे माड़े कर्म कमाउंदे आ बतीत होया। ये नहीं कह सकते असीं चंगे काम कीते, असीं खिन खिन भूलन हार, पल पल भुलते हैं, गलतियां करते हैं, गुनाह करते हैं, ते दाता ही जानदा है। सुखा भरिया साल बतीत सब दा होया, समग्र सृष्टि दा आउण वाला साल, चढ़न वाला दिन दाता जी सुख लेके आवे, चढ़दी कला तरक्कियां लेके आवे, ते चढ़दी कला तेरे नाम दी होवे। आखो सतनाम। आउण वाला साल भी साडा सतसंग वाला होवे। बड़े भाग हुंदे ਜਿਹੜੇ 24 ਘੰਟਿਆਂ ਚੋਂ 1 ਘੰਟਾ ਰੱਬ ਦੇ ਲਿਖੇ ਲਾਉਂਦੇ, ਉਹ ਵੀ ਉਹਦੀ ਉਸਤਤ ਕਰਦੇ ਆ। ਜਿਹੜਾ 1 ਘੰਟਾ ਨਾ ਤੁਹਾਡਾ, ਇਹਦੇ ਤੁਹਾਨੂੰ ਉਤਾਰ ਦੇ, ਕਿਉਂਕਿ ਇਹ ਚ ਨਾ ਆਪਾਂ ਦੁਨੀਆ ਦੀਆਂ ਗੱਲਾਂ ਕਰਦੇ, ਨਾ ਬੰਦਿਆਂ ਦੀਆਂ ਤਾਰੀਫਾਂ, ਇਹ ਚ ਪਰਮਾਤਮਾ ਦੀ ਤਾਰੀਫ, ਉਹਦੇ ਗੁਣ ਗਾਏ ਜਾਂਦੇ ਨੇ। ਇੱਥੇ ਆ ਕੇ ਤੇ ਫਿਰ ਧਰਮਰਾਜ ਵੀ ਕਹਿੰਦਾ, ਭਾਈ ਇਹਦਾ ਲੇਖਾ ਤੇ ਰੱਬ ਹੀ ਲੈ ਸਕਦਾ, ਮੋੜ ਦਿਓ। जिन्ने के खट्टे मिठे जे कर्म करदा रहा, दुगने कर्म जे सतसंग दे भी कीते होए। आखो सतनाम। साडे बस नहीं भेज दिओ, ये सतसंग तार दिंदी है। कबीर एक घड़ी आधी होते याद, भगतन सेठी गोस्ते जो कीने सो लाभ। ये लाभ ही लाभ है सतसंग करना, नाले दुनिया दी नॉलेज, रब दी नॉलेज, अंदर दी नॉलेज, सब कुछ ही मिलदा। गुरु इतिहास विचों गुरु दी गल सुनिया तो सो सारिया संगतां ने कल उपराला कीता है। जिथे नवा साल शुरू होना, आपां नूं कोई फर्क नहीं पैंदा, भावे नवा होवे भावे पुराना होवे। इति क्रिश्चनां दा साल है, उछावे वर्ल्ड ते सिखां दा ते नानक शाही कैलेंडर अजे तक पास नहीं होया। आखो सतनाम। सब तो वध कुर्बानियां करन वाली कौम अपने दिन नहीं मना सकदी। साडा साल ते चेत दे महीने शुरू हुंदा है, पता ही नहीं सानू। जनवरी फरवरी सानू पता है, साडे नाल ते चाइना वाले चंगे, ना साडा ईसाइयां दा कैलेंडर मनदे, ना उत्थे साडे वाले दिन ने, वो अपना ही सारा कुछ उन्हां दा। चलो सतगुर कृपा करन, समर्थ बख्शण। आउण वाला दिन, आउण वाला समा साडा सतसंग वाला, चंगियां गुणां वाला होवे। असीं आप गुरु घर जुड़िए ते होरां नूं जोड़िए। इस साल विच बड़े चंगे कर्म तुसीं सतसंग करके कमाए। कोशिश करो आउण वाले साल विच एक एक प्राणी नूं गुरु की कथा नाल जोड़िए। ये कथा ना ते मेरी है, ना तुहाडी ते सतगुरां दी है। जिन्हें इस कथा नूं सुनिया, पातशाह कहंदे जो यह कथा सुनाई अरगावे, दुख पाप ते निकल आवे। वो पापां पुन्नां तो रहत हो जांदा। संगत ने उपराला कीता, कल शाम कथा की समाप्ति तो बाद ब्रेड पकौड़ियां ते चाह दे गरमा गर्म लंगर चलणगे। ये उपराला संगतां दा ही है। चलो जिवें जिवें सतगुर कृपा करते हैं, उदा उदा संगतां तो सेवा लैंदे रहिंदे। आप जी बड़े प्यार नाल जोड़दे हो, छोटे छोटे बच्चे, बजुर्ग, वीर भैन सारे हाजरी भरदे। इस साल विच सारियां दा इकट्ठा ही धन्नवाद। आखो सतनाम। शुकराना करो धन गुरु ग्रंथ साहिब महाराज जी दा, जिन्हां ने सानू 1 साल तो सुभाग मौका बख्शिया। इस स्थान दे महापुरुष संत बाबा सुरिंदर सिंह जी, बाकी प्रबंधक वीर जिहड़े बिल्कुल एकमिक होके इस प्रबंध नूं अगे तोड़ रहे हैं। प्रबंध चलाउणे बड़े औखे हुंदे ने, किरपा सतगुर आप करदे। इन्नी संगत नूं जोड़ना, इहदा सब तो वड्डा लाभ उन्हां नूं हुंदा है जिन्हां ने इह उपराला कीता है। ते बाकी जिहड़े संगतां नूं जोड़दे ओ भी बड़ा कुछ खटदे ने। गुरु साहिब ते सब ते नजर रखदे ने। कौन की करदा है? बस अरदास करो, नानक नाम चढ़दी कला, तेरे भाणे सरबत दा भला। दाता साडा भला होवे ना होवे, पर दुनिया दा करे, सरबत दा कर दे।
ਸਰਬੱਤ ਵਿੱਚ ਆਪਾਂ ਵੀ ਆ ਜਾਣਾ ਹੈ। ਜਦੋਂ ਅਸੀਂ ਕਹਿਣਾ ਛੱਡਤਾ ਨਾ ਮੇਰਾ ਭਲਾ ਕਰਨਾ ਬੰਦ ਕਰ ਦੇ, ਤਾਂ ਕਿਰਪਾ ਹੋਣੀ ਹੈ। ਆਪਾਂ ਤੇ ਕਹਿੰਦੇ ਮਰਦੇ ਬਸ ਮੇਰੇ ਬਾਰੇ ਸੋਚ ਲੈ, ਮੇਰਾ ਦੁੱਖ ਕੱਟ ਦੇ, ਮੈਂ ਉਹ ਤੋਂ ਕੀ ਲੈਣ। ਨਹੀਂ, ਸਾਡੇ ਦੁਸ਼ਮਣ ਜਿਹੜੇ ਬਣੇ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਦਾਤਾ। ਜਿਹੜੇ ਸਾਨੂੰ ਨਿਤ ਮਾੜਾ ਕਹਿੰਦੇ ਨਿਤ ਨਿੰਦਿਆ ਕਰਦੇ ਨੇ ਉਹਨਾਂ ਨੂੰ ਵੀ ਚੰਗੀ ਮੱਤ ਬਖਸ਼, ਉਹ ਵੀ ਤਰੱਕੀਆਂ ਕਰਨ, ਤਾਂ ਜੋ ਅਸੀਂ ਤੇਰਾ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਜੀਵਨ ਆਪਣਾ ਗੁਜ਼ਾਰ ਲਈਏ ਚੰਗੇ ਰਾਹ ਤੇ। ਸਾਰੀਆਂ ਸੰਗਤਾਂ ਦਾ ਕੋਟਾਂ ਕੋਟ ਧੰਨਵਾਦ, ਸ਼ੁਕਰਾਨਾ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬਾਕੀ ਕਥਾ ਅਗਲੇ ਸਾਲ। ਆਓ ਆਖਰੀ ਜਾਪ ਸਰਵਣ ਕਰੀਏ ਜੀ। ਆਪਣੋ ਨਾਮ ਸਾਚ ਦਿਖ ਰਾਵਨ, ਕਰ ਬਹਾਦਰੀ ਧਰਮ ਬਚਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।